70 ਲੱਖ ਰੁਪਈਆ ਦੇ ਕੇ ਪੰਜਾਬ ਤੋਂ ਇੱਥੇ ਆ ਪਹੁੰਚੇ। ਉਹਨਾਂ ਦਾ ਅਜੇ ਤੱਕ ਵੀ ਥੋ ਪਤਾ ਨਹੀਂ ਲੱਗਾ ਵੀ ਉਹ ਕਿੱਥੇ ਆ ਕਿੱਥੇ ਨਹੀਂ। 11 ਵਜੇ ਜੇਲ੍ਹ ਲੈ ਗਈ ਔਰ ਤੜਕੇ 1:03 ਤੇ ਉਹਦੀ ਮੌਤ ਹੋ ਗਈ। ਤੇ ਚੌਥੇ ਹਿੱਸੇ ਤੋਂ ਵੀ ਜ਼ਿਆਦਾ ਜਿਹੜੇ ਬੰਦੇ ਆ ਉਹ ਪੰਜਾਬੀ ਮੂਲ ਦੇ ਲੋਕ ਆ। ਉਹਨੇ ਅਖੀਰ ਦੇ ਵਿੱਚ ਆਪਣੀ ਆਤਮ ਹੱਤਿਆ ਕਰ ਲਈ। ਗੁਟਕਾ ਸਾਹਿਬ ਕਈਆਂ ਨੇ ਮੰਗਾਇਆ, ਉਹਦੀ ਬੇਅਦਬੀ ਹੋਈ ਤੇ ਉੱਥੇ ਜੇਲ੍ਹ 'ਚ ਸਿੱਧਾ ਆਇਆ ਤੇ ਜੇਲ੍ਹ ਤੋਂ ਵਾਪਸ ਚਲਾ ਗਿਆ। ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ। ਪੰਜਾਬ ਚੋਂ ਪ੍ਰਵਾਸ ਵੱਡੀ ਗਿਣਤੀ 'ਚ ਹੋ ਰਿਹਾ ਤੇ ਬਹੁਤ ਸਾਰੇ ਲੋਕ ਨਾਰਥ ਅਮਰੀਕਾ 'ਚ ਆ ਰਹੇ ਨੇ, ਜਿੱਥੇ ਅਮਰੀਕਾ ਦੇ ਵਿੱਚ ਬਹੁਤ ਸਾਰੇ ਪੰਜਾਬੀ ਨੌਜਵਾਨ ਆਉਂਦੇ ਨੇ ਗੈਰ ਕਾਨੂੰਨੀ ਤਰੀਕੇ ਨਾਲ, ਜੋ ਮੈਕਸੀਕੋ ਦੀਆਂ ਕੰਧਾਂ ਟੱਪਦੇ ਨੇ ਤੇ ਹੋਰ ਕਈ ਤਰ੍ਹਾਂ ਦੇ ਤਰੀਕਿਆਂ ਨਾਲ ਆਪਣੀ ਜਾਨ ਜੋਖਮ 'ਚ ਪਾ ਕੇ ਉਹ ਅਮਰੀਕਾ ਆਉਂਦੇ ਨੇ। ਪਰ ਬੀਤੇ ਸਾਲਾਂ ਤੋਂ ਅਮਰੀਕਾ 'ਚ ਇਮੀਗ੍ਰੇਸ਼ਨ ਦੇ ਜਿਹੜੇ ਕਾਨੂੰਨ ਨੇ ਬਹੁਤ ਸਖਤ ਹੋ ਰਹੇ ਨੇ। ਉੱਥੇ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਬਹੁਤ ਸਖਤ ਕਾਨੂੰਨ ਜਿਹੜੇ ਨੇ ਪ੍ਰਵਾਸੀਆਂ ਲਈ ਲੈ ਕੇ ਆਉਂਦੇ ਜਾ ਰਹੇ ਨੇ, ਜਿਸ ਕਾਰਨ ਉੱਥੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਤੇ ਜਿਹੜੇ ਲੋਕ ਪੰਜਾਬ ਤੋਂ ਕੋਈ 25 ਲੱਖ, ਕੋਈ 30 ਲੱਖ, ਈਵਨ ਕੋਈ 40 ਤੇ 45 ਲੱਖ ਵੀ ਲੋਕ ਖਰਚ ਕੇ ਗੈਰ ਕਾਨੂੰਨੀ ਤਰੀਕੇ ਨਾਲ ਜਾਨ ਜੋਖਮ 'ਚ ਪਾ ਕੇ ਅਮਰੀਕਾ ਪਹੁੰਚੇ ਨੇ, ਉਹਨਾਂ ਤੇ ਹੁਣ ਉੱਥੋਂ ਡਿਪੋਰਟ ਹੋਣ ਜਿਹੜੀ ਆ ਤਲਵਾਰ ਲਟਕ ਰਹੀ ਆ। ਤੇ ਇਸ ਸੰਬੰਧੀ ਇੱਕ ਨਵਾਂ ਖੁਲਾਸਾ ਹੋਇਆ। ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਨੇ ਇੱਕ ਖੁਲਾਸਾ ਕੀਤਾ। ਉਹਨਾਂ ਨੇ ਉੱਥੋਂ ਇਨਫੋਰਮੇਸ਼ਨ ਲਈ ਆ, ਇੱਕ ਜਾਣਕਾਰੀ ਲਈ ਆ ਅਮਰੀਕਾ ਦੀ ਸਰਕਾਰ ਤੋਂ, ਜਿਸ 'ਚ ਇਹ ਸਾਹਮਣੇ ਆਇਆ ਕਿ ਹੁਣ ਤੱਕ 33,593 ਲੋਕਾਂ ਨੂੰ, ਭਾਰਤੀ ਲੋਕਾਂ ਨੂੰ ਡਿਪੋਰਟ ਕਰਨ ਦੀ ਜਿਹੜੀ ਤਿਆਰੀ ਆ ਉਹ ਕੀਤੀ ਜਾ ਰਹੀ ਹੈ। ਸੋ ਉਹਦੇ ਬਾਰੇ ਗੱਲਬਾਤ ਕਰਦੇ ਨੇ। ਸਾਡੇ ਨਾਲ ਨਾਪਾ ਜਿਹੜੇ ਨੇ ਉਹ ਸਤਨਾਮ ਸਿੰਘ ਚਾਹਲ ਨਾਪਾ ਤੋਂ ਮੌਜੂਦ ਨੇ, ਗੱਲਬਾਤ ਕਰਨਗੇ ਕੈਲੀਫੋਰਨੀਆ ਤੋਂ ਇਸ ਵਕਤ। ਤੇ ਸਭ ਤੋਂ ਪਹਿਲਾਂ ਚਾਹਲ ਸਾਹਿਬ, ਸਵਾਗਤ ਹੈ ਜੀ ਤੁਹਾਡਾ ਟੀਵੀ ਪੰਜਾਬ ਤੇ। ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਤੁਹਾਡੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਅੱਛਾ ਚਾਹਲ ਸਾਹਿਬ, ਜਿਹੜੀ ਇਹ ਜਾਣਕਾਰੀ ਤੁਹਾਡੇ ਵੱਲੋਂ, ਤੁਹਾਡੀ ਐਸੋਸੀਏਸ਼ਨ ਵੱਲੋਂ ਸਾਹਮਣੇ ਲੈ ਕੇ ਆਂਦੀ ਆ ਰਹੀ ਹੈ ਕਿ 33,000 ਤੋਂ ਵੱਧ ਜਿਹੜੇ ਭਾਰਤੀ ਨੇ ਉਹ ਡਿਪੋਰਟ ਕਰਨ ਦੀ ਤਿਆਰੀ ਚੱਲ ਰਹੀ ਆ, ਇਹਦੇ ਬਾਰੇ ਥੋੜੀ ਜਿਹੀ ਵਿਸਥਾਰ ਨਾਲ ਜਾਣਕਾਰੀ ਦਿਓ ਪਹਿਲਾਂ। ਦੇਖੋ ਟੁੱਟ ਸਾਹਿਬ, ਇਹ ਜਿਹੜੀ ਜਾਣਕਾਰੀ ਆ ਇਹ ਅਮਰੀਕਾ ਦੇ ਜਿਹੜਾ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਦਾ ਜਿਹੜਾ ਡਿਪਾਰਟਮੈਂਟ ਹੈ, ਉਹਨਾਂ ਵੱਲੋਂ ਇਹ ਜਾਣਕਾਰੀ ਮੈਨੂੰ ਜਿਹੜੀ ਆ ਮੁਹੱਈਆ ਕੀਤੀ ਗਈ ਹੈ, ਜਿਹਦੇ ਅਨੁਸਾਰ 33,593 ਜਿਹੜੇ ਭਾਰਤੀ ਮੂਲ ਦੇ ਲੋਕ ਹੈ ਉਹ ਇਸ ਵੇਲੇ ਡੈਪੂਟੇਸ਼ਨ ਦੇ ਪ੍ਰੋਸੀਜਰ ਦੇ ਵਿੱਚ ਹੈ। ਇਹਨਾਂ ਵਿੱਚੋਂ ਹੋ ਸਕਦਾ ਕੋਈ ਫਲਾਈਟ ਨਾ ਮਿਲਣ ਦੇ ਕਰਕੇ ਪ੍ਰੋਸੀਜਰ ਦੇ ਵਿੱਚ ਹੋਣ ਜਾਂ ਕਿਸੇ ਹੋਰ ਵਜ੍ਹਾ ਦੇ ਕਰਕੇ ਹੋਣ, ਪਰ ਇਹ ਗੱਲ ਨਿਸ਼ਚਿਤ ਆ ਕਿ ਇਹ ਸਾਰੇ ਦੇ ਸਾਰੇ ਜਿਹੜੇ ਨੰਬਰ ਆ ਉਹ ਡਿਪੋਰਟ ਕੀਤੇ ਜਾਣ ਦੇ ਰਸਤੇ ਵਿੱਚ ਆ। ਉਹ ਅੱਜ ਵੀ ਕੀਤੇ ਜਾ ਸਕਦੇ ਆ, ਕੱਲ੍ਹ ਵੀ ਕੀਤੇ ਜਾ ਸਕਦੇ ਆ, ਜਾਂ ਉਹਨਾਂ ਸਾਰਿਆਂ ਨੂੰ ਕਿਸ਼ਤਾਂ ਦੇ ਵਿੱਚ ਵੀ ਕੀਤਾ ਜਾ ਸਕਦਾ ਇੰਡੀਆ ਡਿਪੋਰਟ। ਇਹ ਵੱਖਰੀ ਗੱਲ ਹੈ ਕਿ ਕਰੋਨਾ ਵਾਇਰਸ ਦੇ ਕਾਰਨ ਇਹਨਾਂ ਨੂੰ ਡਿਪੋਰਟ ਕਰਨ ਦੇ ਜਿਹੜੇ ਰਸਤੇ ਆ ਉਹ ਵੱਖ-ਵੱਖ ਤਰੀਕੇ ਨਾਲ ਅਖਤਿਆਰ ਕੀਤੇ ਜਾਣ। ਲੇਕਿਨ ਇਹ ਇੱਕ ਬਹੁਤ ਵੱਡਾ ਜਿਹੜਾ ਨੰਬਰ ਹੈ, ਜਿਹੜਾ ਅਸੀਂ ਅੱਜ ਤੱਕ ਕਦੀ ਵੀ ਨਹੀਂ ਸੁਣਿਆ ਕਿ ਇੰਨੇ ਵੱਡੇ ਨੰਬਰ ਦੇ ਵਿੱਚ ਭਾਰਤੀ ਮੂਲ ਦੇ ਜਿਹੜੇ ਲੋਕ ਆ ਉਹ ਇੰਨੇ ਵੱਡੇ ਨੰਬਰ ਦੇ ਵਿੱਚ ਅਮਰੀਕਾ ਦੇ ਵਿੱਚੋਂ ਡਿਪੋਰਟ ਕੀਤੇ ਜਾ ਰਹੇ ਹਨ। ਚਾਹਲ ਸਾਹਿਬ, ਤੁਸੀਂ ਇਹ ਜਾਣਕਾਰੀ ਤੱਕ ਮੈਨੂੰ ਪਤਾ ਲੱਗਾ 2019 ਚ ਮੰਗੀ ਸੀ। ਇਹ ਜਿਹੜੀ ਜਾਣਕਾਰੀ 33,593 ਨੰਬਰ ਆਇਆ, ਇਹ 2019 ਦਾ ਹੈ ਜਾਂ ਹੁਣ ਦਾ ਲੇਟੈਸਟ ਹੈ? ਨਹੀਂ, ਇਹ 2020 ਦਾ ਹੀ ਨੰਬਰ ਹੈ। 2019 ਦੇ ਵਿੱਚ ਜਿਹੜੀ ਸਿਰਫ ਇਨਫੋਰਮੇਸ਼ਨ ਸੀਗੀ ਉਹ ਸੀਗੀ ਜੇਲ੍ਹਾਂ ਦੇ ਵਿੱਚ ਸਾਡੇ ਕਿੰਨੇ ਬੰਦੇ ਬੰਦ ਹੈ, ਉਹ ਸੀਗੀ 820, ਉਹ ਸੀਗੀ 820 ਸਮਥਿੰਗ, ਜਿਨ੍ਹਾਂ ਦੇ ਵਿੱਚ ਮੈਂ ਪੁੱਛਿਆ ਸੀ ਵੀ ਕਿੰਨੇ ਬੱਚੇ ਆ, ਕਿੰਨੀਆਂ ਉਹਨਾਂ ਦੇ ਵਿੱਚ ਔਰਤਾਂ ਆ, ਕਿੰਨੇ ਆਦਮੀ ਆ। ਲੇਕਿਨ ਉਦੋਂ ਅਸੀਂ ਇਹ ਨਹੀਂ ਸੀ ਪੁੱਛਿਆ ਵੀ ਕਿੰਨੇ ਬੰਦੇ ਜਿਹੜੇ ਆ ਭਾਰਤੀ ਮੂਲ ਦੇ ਲੋਕ ਆ, ਉਹਨਾਂ ਵਿੱਚ ਕਿੰਨੇ ਬੰਦਿਆਂ ਦੀ ਗਿਣਤੀ ਜਿਹੜੀ ਆ ਡੈਪੂਟੇਸ਼ਨ ਦੇ ਵਿੱਚ ਸ਼ਾਮਲ ਹੈ। ਉਹ ਇਹ ਜਿਹੜੀ ਗਿਣਤੀ ਆ ਇਹ ਪਹਿਲੀ ਵਾਰੀ ਅਸੀਂ ਡਿਪਾਰਟਮੈਂਟ ਦੇ ਕੋਲੋਂ ਲਈ ਆ, ਔਰ ਇਹਨਾਂ ਦੀ ਗਿਣਤੀ ਜਿਹੜੀ ਆ ਬੜੀ ਹੈਰਾਨ ਕੁਨ ਗਿਣਤੀ ਆ, ਜਿਨ੍ਹਾਂ ਦਾ ਨੰਬਰ ਜਿਹੜਾ 33,593 ਦਾ ਬਣਦਾ ਹੈ। ਜੀ,
ਅੱਛਾ ਚਾਲ ਸਾਹਿਬ, ਇਹ ਤਾਂ ਭਾਰਤੀ ਦੀ ਆਪਾਂ ਗੱਲ ਕਰਦੇ ਹਾਂ। ਜੇ ਆਪਾਂ ਗੱਲ ਕਰੀਏ ਖਾਸ ਤੌਰ ਤੇ, ਕਿਉਂਕਿ ਬਹੁਤ ਸਾਰੇ ਪੰਜਾਬੀ ਨੌਜਵਾਨ ਤੁਸੀਂ ਦੇਖਦੇ ਹੋ ਕਿ ਅਮਰੀਕਾ ਚ ਆਉਂਦੇ ਨੇ, ਮੈਕਸੀਕੋ ਦੇ ਕੰਧਾਂ ਟੱਪ ਕੇ ਜਾਂ ਜਿਵੇਂ ਵੀ ਕਿਸ਼ਤੀਆਂ ਦੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ। ਤੁਹਾਡੇ ਹਿਸਾਬ ਨਾਲ, ਕਿਉਂਕਿ ਨੰਬਰ ਤਾਂ ਖੈਰ ਭਾਰਤੀਆਂ ਦੇ ਦਾ ਆਉਣਾ, ਕਿਉਂਕਿ ਭਾਰਤੀ ਪਾਸਪੋਰਟ ਦਾ ਨੰਬਰ ਦਿੱਤਾ ਉਹਨਾਂ ਨੇ, ਪਰ ਤੁਹਾਨੂੰ ਲੱਗਦਾ ਕਿ ਇਹਦੇ ਚ ਪੰਜਾਬੀ ਨੌਜਵਾਨ ਬਹੁਤ ਵੱਡੀ ਗਿਣਤੀ ਚ ਹੋ ਸਕਦੇ ਆ? ਮੈਂ ਟੁੱਟ ਸਾਹਿਬ ਇਹ ਲੈ ਕੇ ਚੱਲਦਾ ਆ ਵੀ ਇਹਨਾਂ ਵਿੱਚੋਂ ਘੱਟੋ ਘੱਟ ਨਹੀਂ ਤੇ ਚੌਥੇ ਹਿੱਸੇ ਤੋਂ ਵੀ ਜ਼ਿਆਦਾ ਜਿਹੜੇ ਬੰਦੇ ਆ ਉਹ ਪੰਜਾਬੀ ਮੂਲ ਦੇ ਲੋਕ ਆ। ਮੈਂ ਇਹ ਲੈ ਕੇ ਜੀ ਚੱਲਦਾ, ਹਾਲਾਂਕਿ ਸਾਡੇ ਕੋਲ ਇਹ ਕੋਈ ਕਨਫਰਮ ਇਨਫੋਰਮੇਸ਼ਨ ਹੈ ਨਹੀਂ ਕਿ ਇਹਨਾਂ ਵਿੱਚੋਂ ਕਿੰਨੇ ਪੰਜਾਬੀ ਮੂਲ ਦੇ ਲੋਕ ਆ। ਜਿਹੜਾ ਜਿਸ ਤਰ੍ਹਾਂ ਜੀ ਕਿ ਪਿਛਲਾ ਇਤਿਹਾਸ ਇਹ ਦੱਸਦਾ ਆ, ਜਦੋਂ ਵੀ ਇਹੋ ਜਿਹੀ ਕਦੀ ਵੀ ਕੋਈ ਗੱਲ ਆਈ ਆ, ਉਹਨਾਂ ਵਿੱਚੋਂ ਮੈਜੋਰਟੀ ਜਿਹੜੀ ਗਿਣਤੀ ਆ ਉਹ ਪੰਜਾਬੀ ਮੂਲ ਦੇ ਲੋਕਾਂ ਦੀ ਹੁੰਦੀ ਆ। ਚਾਹੇ ਉਹ ਅਰੈਸਟ ਹੋਣ ਦੀ ਵਾਲੇ ਲੋਕਾਂ ਦੀ ਗਿਣਤੀ ਹੋਵੇ, ਚਾਹੇ ਉਹ ਡੈਪੂਟੇਸ਼ਨ ਹੋਣ ਵਾਲੇ ਲੋਕਾਂ ਦੀ ਗਿਣਤੀ ਹੋਵੇ, ਅਮੂਮਨ ਤੌਰ ਦੇ ਉੱਤੇ ਪੰਜਾਬੀ ਮੂਲ ਦੇ ਲੋਕ ਜਿਹੜੇ ਆ ਉਹ ਜ਼ਿਆਦਾ ਗਿਣਤੀ ਵਿੱਚ ਸ਼ਾਮਲ ਹੁੰਦੇ। ਜਦੋਂ ਇਹ ਨੌਜਵਾਨ ਪੰਜਾਬ ਤੋਂ ਆਉਂਦੇ ਆ ਜਾਂ ਏਜੰਟ ਭੇਜਦੇ ਆ, ਕਈ ਕੇਸਾਂ ਦੇ ਸਾਹਮਣੇ ਆਇਆ ਕਿ ਉਹ ਦੱਸ ਦਿੰਦੇ ਆ ਕਿ ਵੀ ਤੁਸੀਂ ਬਾਰਡਰ ਤੇ ਫੜੇ ਜਾਓਗੇ, ਫਿਰ ਉਸ ਤੋਂ ਬਾਅਦ ਤੁਸੀਂ ਬੌਂਡ ਭਰ ਕੇ ਬਾਹਰ ਆ ਸਕਦੇ ਹੋ। ਇਹ ਹੁਣ ਕੋਈ ਤਬਦੀਲੀ ਹੋਈ ਆ ਅਮਰੀਕੀ ਕਾਨੂੰਨ ਦੇ ਵਿੱਚ, ਕਿ ਹੁਣ ਜਿੰਨੇ ਵੀ ਫੜ ਹੁੰਦੇ ਆ ਉਹਨਾਂ ਨੂੰ ਸਟੇ ਦੇਣ ਤੋਂ ਨਾ ਕੀਤੀ ਜਾਂਦੀ ਹੈ ਤੇ ਡਿਪੋਰਟ ਕਰਨ ਦੀ ਗੱਲ ਕੀਤੀ ਜਾਂਦੀ ਹੈ? ਦੇਖੋ, ਹੁਣ ਜਿਹੜੀ ਆ ਇਮੀਗ੍ਰੇਸ਼ਨ ਲਾਅ ਦੇ ਵਿੱਚ ਕਾਫੀ ਤਬਦੀਲੀ ਹੋਈ ਆ। ਜਿਸ ਤਰ੍ਹਾਂ ਇੱਕ ਮੇਜਰ ਤਬਦੀਲੀ ਇਹ ਆ ਵੀ ਕੋਈ ਵੀ ਇਮੀਗ੍ਰੇਸ਼ਨ ਦਾ ਜਿਹੜਾ ਜੱਜ ਆ ਉਹ ਕਿਸੇ ਵੀ ਅਸੈਲਮ ਸੀਕਰ ਦਾ ਕੇਸ ਜਿਹੜਾ ਆ ਉਹ ਸੁਣਨ ਤੋਂ ਇਨਕਾਰ ਕਰ ਸਕਦਾ ਆ ਕਿ ਜਿਸ ਨੂੰ ਉਹ ਸਮਝਦਾ ਹੋਵੇ ਕਿ ਇਸ ਦੇ ਕੇਸ ਦੇ ਵਿੱਚ ਕੋਈ ਵਜ਼ਨ ਨਹੀਂ ਹੈਗਾ। ਪਹਿਲਾਂ ਅਜਿਹਾ ਨਹੀਂ ਸੀ ਹੁੰਦਾ। ਹਰ ਜੱਜ ਜਿਹੜਾ ਹਰ ਇੱਕ ਅਸੈਲਮ ਸੀਕਰ ਦਾ ਕੇਸ ਜਿਹੜਾ ਉਹ ਸੁਣਦਾ ਸੀ। ਇਸੇ ਤਰ੍ਹਾਂ ਹੋਰ ਵੀ ਕਈ ਜਿਹੜੇ ਆ ਲਾਸਟ ਦੇ ਵਿੱਚ ਕਈ ਸਖਤੀ ਵਰਤੀ ਜਾ ਰਹੀ ਆ, ਜਿਹਦੇ ਵਿੱਚ ਮੈਂ ਨਹੀਂ ਸਮਝਦਾ ਕਿ ਇੱਥੇ ਕੋਈ ਇਮੀਗ੍ਰੇਸ਼ਨ ਜਿਹੜਾ ਮਹਿਕਮਾ ਆ ਉਹਨਾਂ ਦੇ ਕੋਲ ਅਸੈਲਮ ਲੈਣ ਵਾਲਿਆਂ ਲਈ ਕਿਸੇ ਕਿਸਮ ਦੀ ਜਿਹੜੀ ਆ ਢਿੱਲ ਮੱਠ ਜਿਹੜੀ ਆ ਉਹ ਅਪਣਾਈ ਜਾ ਰਹੀ ਆ, ਜਿਹਦਾ ਨਤੀਜਾ ਇਹ ਅੱਜ ਜਿਹੜਾ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਇੱਥੋਂ ਜਿਹੜੇ ਆ ਉਹ ਡਿਪੋਰਟ ਕੀਤੇ ਜਾ ਰਹੇ ਆ। ਇੱਕ ਗੱਲ ਮੈਂ ਹੋਰ ਵੀ ਦੱਸਣਾ ਚਾਹੁੰਦਾ ਆ, ਇਹਦੇ ਲਈ ਸਾਡਾ ਸਮਾਜ, ਸਾਡੇ ਲੋਕ, ਸਾਡੀਆਂ ਸਰਕਾਰਾਂ, ਇਹ ਸਾਰੇ ਲੋਕ ਜ਼ਿੰਮੇਵਾਰ ਆ ਇਹ ਸਾਰੀ ਤਰਾਸਦੀ ਦੇ ਲਈ। ਜਿਸ ਤਰ੍ਹਾਂ ਮੈਂ ਦੱਸਣਾ ਚਾਹੁੰਦਾ ਆ ਕਿ ਇਸ ਜਿਹੜੀ ਇਨਲੀਗਲ ਹਿਊਮਨ ਸਮਗਲਿੰਗ ਆ, ਜਿਹੜੀ ਖਾਸ ਤੌਰ ਤੇ ਮੈਂ ਜ਼ਿਕਰ ਕਰਨਾ ਚਾਹੂੰਗਾ, ਪੰਜਾਬ ਦੇ ਵਿੱਚੋਂ ਬਹੁਤ ਵੱਡੀ ਪੱਧਰ ਦੇ ਉੱਤੇ ਹੋ ਰਹੀ ਆ। ਇਹ ਅੱਜ ਨਹੀਂ ਹੋ ਰਹੀ, ਇਹ ਪਿਛਲੇ ਕਈ ਲੰਬੇ ਅਰਸੇ ਤੋਂ ਹੋ ਰਹੀ ਆ। ਔਰ 2010 ਦੇ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਅਸੈਂਬਲੀ ਦੇ ਵਿੱਚ ਇੱਕ ਅਜਿਹਾ ਇਲੀਗਲ ਹਿਊਮਨ ਸਮਗਲਿੰਗ ਦਾ ਜਿਹੜਾ ਲਾਅ ਸੀ ਉਹ ਪਾਸ ਕੀਤਾ ਸੀ, ਜਿਹਦੇ ਤਹਿਤ ਇਹ ਜਿਹੜਾ ਗੈਰ ਕਾਨੂੰਨੀ ਮਨੁੱਖੀ ਤਸਕਰੀ ਦਾ ਜਿਹੜਾ ਧੰਦਾ ਆ ਉਹਨੂੰ ਰੋਕਣ ਦੇ ਵਿੱਚ ਠੱਲ ਪਾਈ ਜਾ ਸਕੇ। ਉਸ ਤੋਂ ਬਾਅਦ ਜਿਹੜਾ 2012 ਦੇ ਵਿੱਚ ਇਸ ਕਾਨੂੰਨ ਦੇ ਵਿੱਚ ਥੋੜ੍ਹੀ ਬਹੁਤ ਜਿਹੜਾ ਇਹ ਸੋਧ ਕਰਕੇ ਉਹਨੂੰ ਦੁਬਾਰਾ ਪਾਸ ਕੀਤਾ ਗਿਆ, ਜਿਹਦੇ ਤਹਿਤ ਉਹਦੇ ਵਿੱਚ ਹੋਰ ਜ਼ਿਆਦਾ ਸਖਤ ਜਿਹੜਾ ਉਹਦੇ ਵਿੱਚ ਪ੍ਰਬੰਧ ਕੀਤਾ ਗਿਆ ਤਾਂ ਕਿ ਉਹ ਜਿਹੜੇ ਗੈਰ ਕਾਨੂੰਨੀ ਮਨੁੱਖੀ ਤਸਕਰੀ ਆ ਉਹਨੂੰ ਹੋਰ ਜ਼ਿਆਦਾ ਸਖਤੀ ਦੇ ਨਾਲ ਰੋਕਿਆ ਜਾ ਸਕੇ। ਅਨਫੋਰਚੂਨੇਟਲੀ ਇਹ ਦੋਵੇਂ ਕਾਨੂੰਨ ਜਿਹੜੇ ਆ ਟੁੱਟ ਸਾਹਿਬ, ਇਹ ਪੰਜਾਬ ਦੇ ਵਿੱਚ ਕਾਨੂੰਨ ਹੀ ਰਹਿ ਗਿਆ। ਇਹਦਾ ਕੋਈ ਅਸਰਦਾਰ ਤਰੀਕੇ ਨਾਲ ਕੋਈ ਅਸਰ ਨਹੀਂ ਹੋ ਸਕਿਆ ਔਰ ਨਤੀਜਾ ਕੀ ਨਿਕਲਿਆ ਕਿ ਗੈਰ ਕਾਨੂੰਨੀ ਮਨੁੱਖੀ ਤਸਕਰੀ ਦਾ ਧੰਦਾ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ। ਇਹ ਹੋਰ ਦਿਨੋਂ ਦਿਨ ਜਿਹੜਾ ਆ ਅੱਗੇ ਨਾਲੋਂ ਵੀ ਜ਼ਿਆਦਾ ਵੱਧ ਫੁੱਲ ਰਿਹਾ। ਕੁਛ ਸਮਾਂ ਪਹਿਲਾਂ ਮੈਨੂੰ ਜਦ ਮੈਂ ਪੰਜਾਬ ਗਿਆ, ਸ਼ਾਇਦ ਤੁਹਾਨੂੰ ਵੀ ਇਸ ਗੱਲ ਦੀ ਜਾਣਕਾਰੀ ਹੋਵੇ ਕਿ 10 ਜਿਹੜੇ ਬੱਚੇ ਸੀਗੇ ਉਹਨਾਂ ਦੇ ਪਰਿਵਾਰ ਮੈਨੂੰ ਜਲੰਧਰ ਮਿਲੇ। ਮੈਂ ਜਲੰਧਰ ਪ੍ਰੈਸ ਕਾਨਫਰੰਸ ਵੀ ਕੀਤੀ।
ਉਹ ਬੱਚੇ ਜਿਹੜੇ ਆ ਕਾਫੀ ਸਾਲਾਂ ਤੋਂ ਅਮਰੀਕਾ ਦਾ ਬਾਰਡਰ ਕ੍ਰਾਸ ਕਰਦੇ ਹੋਏ ਜਾਂ ਬਾਰਡਰ ਕ੍ਰਾਸ ਕਰਨ ਤੋਂ ਪਹਿਲਾਂ ਗਾਇਬ ਹੋ ਗਏ, ਔਰ ਉਹ ਅਜੇ ਤੱਕ ਵੀ ਗਾਇਬ ਹੈ। ਉਹਨਾਂ ਦਾ ਅਜੇ ਜੀ ਤੱਕ ਵੀ ਥੋ ਪਤਾ ਨਹੀਂ ਲੱਗਾ ਵੀ ਉਹ ਕਿੱਥੇ ਆ ਕਿੱਥੇ ਨਹੀਂ, ਜਦ ਕਿ ਉਹਨਾਂ ਨੂੰ ਭੇਜਣ ਵਾਲੇ ਜਿਹੜੇ ਏਜੰਟ ਹੈ ਉਹਨਾਂ ਦੇ ਨਾਂ ਪਤਾ, ਥੋ ਪਤਾ, ਕੰਟੈਕਟ ਇਨਫੋਰਮੇਸ਼ਨ, ਉਹ ਕਿੱਥੇ ਦੇ ਰਹਿਣ ਵਾਲੇ ਆ, ਉਹਨਾਂ ਦਾ ਪਿਛੋਕੜ ਕੀ ਹੈ, ਸਭ ਕੁਛ ਆ ਸਾਡੇ ਪਾਸ ਵੀ ਮੌਜੂਦ ਆ। ਅਸੀਂ ਪੰਜਾਬ ਸਰਕਾਰ ਨੂੰ ਵੀ ਮੁਹੱਈਆ ਕੀਤੇ ਆ, ਲੇਕਿਨ ਉਹਨਾਂ ਏਜੰਟਾਂ ਦੇ ਉੱਪਰ ਅਜੇ ਤਾਈਂ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਹੋ ਸਕੀ। ਇਸੇ ਤਰ੍ਹਾਂ 6 ਮੁੰਡੇ ਜਿਹੜੇ ਆ ਉਹ ਕੁਝ ਸਮਾਂ ਹੀ ਪਹਿਲੇ ਉਹ ਮਕੇਰੀਆਂ ਹਲਕੇ ਦੇ ਆਸ-ਪਾਸ ਨਾਲ ਸੰਬੰਧਿਤ ਹੈ। ਉਹ ਇੱਕ ਬਹਾਮਸ ਦਾ ਟਾਪੂ ਆ ਟੁੱਟ ਸਾਹਿਬ, ਇੱਥੇ ਨਿਊਯਾਰਕ ਦੇ ਕੋਲ ਉਹ ਟਾਪੂ ਆ, ਇੰਡੀਪੈਂਡੈਂਟ ਇੱਕ ਟਾਪੂ ਆ ਜਿਹਦਾ ਅਮਰੀਕਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਉਹਦਾ ਆਪਣਾ ਇੱਕ ਇੰਡੀਪੈਂਡੈਂਟ ਸਰਕਾਰ ਹੈ ਉੱਥੇ ਦੀ। ਉਹ ਉੱਥੋਂ ਚੱਲ ਕੇ ਉੱਥੋਂ ਚੱਲਣੀ ਵਾਲੇ ਸਨ, ਉਹਨਾਂ ਨੇ ਆਪੋ ਆਪਣੇ ਘਰਾਂ ਦੇ ਵਾਰਸਾਂ ਨੂੰ ਫੋਨ ਕੀਤਾ ਕਿ ਅਸੀਂ ਬਹਾਮਸ ਦੇ ਟਾਪੂ ਤੋਂ ਕਿਸ਼ਤੀ ਰਾਹੀਂ ਚੱਲ ਕੇ ਅਮਰੀਕਾ ਵਿੱਚ ਦਾਖਲ ਹੋਣ ਲਈ ਚੱਲ ਪਏ ਹਾਂ ਤੇ ਅਮਰੀਕਾ ਪਹੁੰਚ ਕੇ ਅਸੀਂ ਤੁਹਾਨੂੰ ਫੋਨ ਕਰਾਂਗੇ। ਉਸ ਤੋਂ ਬਾਅਦ ਉਹਨਾਂ ਬੱਚਿਆਂ ਦਾ ਆਪੋ ਆਪਣੇ ਪਰਿਵਾਰਾਂ ਨੂੰ ਕੋਈ ਫੋਨ ਨਹੀਂ ਆਇਆ। ਉਹ 6 ਬੱਚੇ ਵੀ ਅਜੇ ਤਾਈਂ ਗਾਇਬ ਆ, ਜਿਨ੍ਹਾਂ ਦਾ ਕੋਈ ਥੋ ਪਤਾ ਨਹੀਂ ਲੱਗਾ। ਅਸੀਂ ਉਹਨਾਂ 6 ਬੱਚਿਆਂ ਦੀ ਕਾਫੀ ਮੈਂ ਲਿਖਾ ਪੜ੍ਹੀ ਵੀ ਕੀਤੀ, ਸੈਂਟਰ ਨੂੰ ਲਿਖਿਆ, ਪੰਜਾਬ ਗੌਰਮੈਂਟ ਨੂੰ ਕਈ ਵਾਰੀ ਲਿਖਿਆ, ਪਰ ਉਹ ਜੀ ਟਸ ਤੋਂ ਮਸ ਨਾ ਤਾਂ ਪੰਜਾਬ ਗੌਰਮੈਂਟ ਹੋਈ, ਨਾ ਸੈਂਟਰ ਗੌਰਮੈਂਟ ਨੇ ਕੋਈ ਮੁਨਾਸਬ ਸਮਝਿਆ ਵੀ ਇਹਨਾਂ ਬੱਚਿਆਂ ਨੂੰ ਲੱਭਣ ਲਈ ਕੋਈ ਕਾਰਵਾਈ ਕੀਤੀ ਜਾਵੇ। ਲੇਕਿਨ ਇਹ ਜਿਹੜਾ ਮਨੁੱਖੀ ਤਸਕਰੀ ਦਾ ਧੰਦਾ ਆ ਉਹ ਜਿਉਂ ਦਾ ਤਿਉਂ ਉਸੇ ਤਰ੍ਹਾਂ ਹੀ ਅੱਜ ਤੱਕ ਵੀ ਜਾਰੀ ਰਿਹਾ। ਹੁਣ ਇੱਥੇ ਜਦੋਂ ਅਸੀਂ ਵਿਚਰਦੇ ਹਾਂ ਅਮਰੀਕਾ ਦੇ ਵਿੱਚ, ਆਮ ਜਿਹੜੀ ਸਾਡੀ ਜ਼ਿੰਦਗੀ ਆ, ਸੋਸ਼ਲ ਜ਼ਿੰਦਗੀ ਆ, ਉਹਦੇ ਵਿੱਚ ਵਿਚਰਦਿਆਂ ਸਾਨੂੰ ਕਈ ਵਾਰੀ ਇਹੋ ਜਿਹੇ ਬੰਦੇ ਮਿਲ ਜਾਂਦੇ ਆ। ਇੱਕ ਦੋ ਬੰਦੇ ਤੁਸੀਂ ਸੁਣ ਕੇ ਹੈਰਾਨ ਹੋਵੋਗੇ। ਇੱਕ ਬੱਚਾ ਸਾਨੂੰ ਕਈ ਦਿਨ ਪਹਿਲਾਂ ਮਿਲਿਆ, ਇਹ ਬੜੀ ਹੈਰਾਨਗੀ ਦੀ ਗੱਲ ਹੈ ਕਿ ਉਸਨੇ ਮੈਨੂੰ ਦੱਸਿਆ ਕਿ ਉਹ 70 ਲੱਖ ਰੁਪਈਆ ਦੇ ਕੇ ਪੰਜਾਬ ਤੋਂ ਇੱਥੇ ਪਹੁੰਚਿਆ। ਹੁਣ ਤੁਸੀਂ ਅੰਦਾਜ਼ਾ ਲਾਓ ਉਹ 70 ਲੱਖ ਰੁਪਈਆ ਉਹ ਕਿੱਥੋਂ ਉਹਨੇ ਪੈਦਾ ਕੀਤਾ ਹੋਏਗਾ, ਔਰ ਜੇ ਪੈਦਾ ਕਰ ਲਿਆ ਉਹ ਪਹੁੰਚ ਗਿਆ, ਉਹ 70 ਲੱਖ ਦੀ ਭਰਪਾਈ ਉਹ ਕਿੱਦਾਂ ਕਰੂਗਾ? ਇਹ ਇੱਕ ਬਹੁਤ ਵੱਡਾ ਸਵਾਲ ਹੈ ਸਾਡੇ ਸਾਰਿਆਂ ਦੇ ਅੱਗੇ ਵੀ ਉਹ ਕਿੰਨੇ ਸਾਲ ਉਹਨੂੰ ਲੱਗ ਜਾਣਗੇ ਉਹ 70 ਲੱਖ ਦੀ ਭਰਪਾਈ ਕਰਦਿਆਂ। ਔਰ ਉਹਦੇ ਦੇਖਣ ਜਿਹੜੇ ਬੱਚੇ ਜਾਂ ਜਿਹੜੇ ਉਹਦੇ ਯਾਰ ਦੋਸਤ ਆ ਪਿੱਛੇ, ਜਦੋਂ ਉਹਨੂੰ ਦੇਖਦੇ ਹੋਣਗੇ ਕਿ ਉਹ ਫਲਾਣਾ ਮੁੰਡਾ ਜੀ ਦੇਖੋ ਉਹ ਉੱਥੇ ਪਹੁੰਚ ਗਿਆ, ਹੁਣ ਅਸੀਂ ਵੀ ਉੱਥੇ ਹੀ ਜਾਣਾ, ਉਹਨਾਂ ਨੇ ਇਹ ਤਾਂ ਸ਼ਾਇਦ ਨਾ ਉਹ ਦੇਖਣਗੇ ਕਿ ਉਹ 70 ਲੱਖ ਰੁਪਈਆ ਦੇ ਕੇ ਗਿਆ, ਉਹਨੂੰ ਕਿਹੜੀਆਂ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਇਹਨਾਂ ਗੱਲਾਂ ਨੂੰ ਉਹ ਨਹੀਂ ਦੇਖਣਗੇ ਜਿਹੜੇ ਪਿੱਛੇ ਬੱਚੇ ਉਹਦੇ ਯਾਰ ਦੋਸਤ ਭੈਣ ਭਰਾ ਹੈਗੇ ਆ। ਲੇਕਿਨ ਉਹ ਇਹ ਗੱਲ ਜ਼ਰੂਰ ਦੇਖਣਗੇ ਕਿ ਉਹ ਦੇਖੋ ਜੀ ਫਲਾਣਿਆਂ ਦਾ ਮੁੰਡਾ ਉੱਥੇ ਪਹੁੰਚ ਗਿਆ, ਅਸੀਂ ਕਿਉਂ ਨਹੀਂ ਜਾ ਸਕਦੇ। ਇਹ ਜਿਹੜੀ ਧਾਰਨਾ ਆ ਸਾਡੇ ਲੋਕਾਂ ਦੀ, ਇਹ ਵੀ ਇੱਕ ਬਹੁਤ ਜਿਹੜਾ ਖਤਰਨਾਕ ਰੂਪ ਜਿਹੜਾ ਉਹ ਧਾਰਨ ਕਰਦੀ ਜਾ ਰਹੀ ਹੈ। ਤੁਸੀਂ ਜਿਵੇਂ ਸਰਕਾਰ ਦੀ ਗੱਲ ਕੀਤੀ, ਉਹ ਤਾਂ ਇੱਕ ਰੋਲ ਚਲੋ ਹੈਗਾ ਹੀ ਆ ਸਰਕਾਰ ਦਾ। ਨਿਰਾਸ਼ਾਜਨਕ ਆਪਾਂ ਕਈ ਸਾਲਾਂ ਤੋਂ ਦੇਖ ਰਹੇ ਹਾਂ ਕਿ ਇਹ ਮਨੁੱਖੀ ਤਸਕਰੀ ਨੂੰ ਰੋਕਣ ਲਈ ਕੋਈ ਬਹੁਤਾ ਉਹਨਾਂ ਨੇ ਕੰਮ ਨਹੀਂ ਕੀਤਾ। ਪਰ ਇੱਥੇ ਜਿਵੇਂ ਤੁਸੀਂ ਦੱਸਿਆ ਕਿ ਜਾਗਰੂਕਤਾ ਦੀ ਵੀ ਘਾਟ ਹੈ ਲੋਕਾਂ ਦੀ। ਮੈਂ ਇੱਥੇ ਇੱਕ ਆਪਾਂ ਗੱਲ ਕਲੀਅਰ ਕਰਨਾ ਚਾਹੁੰਦੇ ਹਾਂ ਵੀ ਜਿਹੜੇ ਦਰਸ਼ਕ ਆਪਾਂ ਨੂੰ ਦੇਖ ਰਹੇ ਆ, ਕਿਉਂਕਿ ਇਹ ਤਾਂ ਜਿਹੜੇ ਲੋਕ ਹੁਣ 33,000 ਰਿਪੋਰਟ ਹੋ ਰਹੇ ਆ, ਇਹ ਤਾਂ ਏਜੰਟਾਂ ਦੀ ਚਾਲ 'ਚ ਜਾਂ ਕਿਸੇ ਲਾਲਚ ਵਿੱਚ ਜਾਂ ਜਾਗਰੂਕਤਾ ਦੀ ਅਵੇਅਰਨੈਸ ਦੀ ਘਾਟ ਕਰਕੇ ਇੱਥੇ ਆਏ ਆ। ਹੁਣ ਜਿਵੇਂ ਤੁਸੀਂ ਅਮਰੀਕਨ ਲਾਅ ਦੀ ਗੱਲ ਕਰ ਰਹੇ ਸੀ ਕਿ ਅਸਾਈਲਮ ਨਹੀਂ ਮਿਲਦੀ, ਮੈਂ ਚਾਹੁੰਦਾ ਕਿ ਇੱਥੇ ਇੱਕ ਮੈਸੇਜ ਕਲੀਅਰ ਹੋ ਜਾਵੇ ਜਿਹੜੇ ਲੋਕ ਦੇਖ ਰਹੇ ਨੇ ਕਿ ਹੁਣ ਜਿਵੇਂ ਤੁਸੀਂ ਦੱਸਿਆ ਕਿ 70 ਲੱਖ ਖਰਚ ਕੇ ਮੁੰਡਾ ਆਇਆ ਸੀ, ਜੇ ਉਹ ਬਾਰਡਰ ਪਾਰ ਕਰਦੇ ਫੜੇ ਜਾਂਦੇ ਨੇ, ਹਾਲਾਂਕਿ ਉਸ ਤੋਂ ਪਹਿਲਾਂ ਜਾਨ ਜਾਣ ਦਾ ਵੀ ਖਤਰਾ, ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ ਵੀ ਆ। ਵੀ ਹੁਣ ਅਮਰੀਕਾ ਦੇ ਵਿੱਚ ਉਹ ਕਾਨੂੰਨ ਨਹੀਂ ਰਹੇ ਵੀ ਤੁਸੀਂ ਆ ਕੇ ਸਟੇ ਲੈ ਸਕਦੇ ਹੋ, ਤੁਹਾਨੂੰ ਅਸਾਈਲਮ ਮਿਲੇਗੀ। ਅਸਾਈਲਮ ਦੀ ਕੋਈ ਗਰੰਟੀ ਨਹੀਂ, ਕਿਉਂਕਿ ਅਮਰੀਕਾ ਨੇ ਕਾਨੂੰਨ ਸਖਤ ਕਰ ਦਿੱਤੇ ਨੇ। ਇਸ ਬਾਰੇ ਜਰਾ ਕਾਨੂੰਨ ਦੀ ਖੁੱਲ ਕੇ ਥੋੜੀ ਜਿਹੀ ਗੱਲ ਕਰ ਦਿਓ ਕਿ ਹੁਣ ਉਹ ਗੱਲਾਂ ਨਹੀਂ ਰਹੀਆਂ ਅਮਰੀਕਾ ਵਿੱਚ, ਇਸ ਕਰਕੇ ਲੋਕ 40-45 ਲੱਖ ਖਰਚ ਕੇ ਜਾਂ 70 ਲੱਖ ਖਰਚ ਕੇ ਅਮਰੀਕਾ ਨਾ ਆ ਸਕਣ। ਮੈਂ ਤਾਂ ਟੁੱਟ ਸਾਹਿਬ ਇੱਥੋਂ ਤੱਕ ਵੀ ਕਹਿਣਾ ਚਾਹੁੰਦਾ ਆ ਵੀ ਗੈਰ ਕਾਨੂੰਨੀ ਤੌਰ ਦੇ ਉੱਤੇ ਅਮਰੀਕਾ ਜਾਂ ਕੈਨੇਡਾ ਪਹੁੰਚਣਾ ਜਾਂ ਕਿਸੇ ਹੋਰ ਦੇਸ਼ ਵਿੱਚ ਪਹੁੰਚਣਾ ਕੋਈ ਬਹੁਤ ਵੱਡੀ ਸਿਆਣਪ ਦੀ ਗੱਲ ਨਹੀਂ। ਬਹੁਤ ਸਾਰੇ ਕਾਨੂੰਨੀ ਰਸਤੇ ਇਹੋ ਜਿਹੇ ਆ
ਕਿ ਇੱਥੋਂ ਪੰਜਾਬ ਦੇ ਵਿੱਚੋਂ ਚੰਗੀ ਵਿਦਿਆ, ਸਕਿਲਡ ਵਿਦਿਆ ਪ੍ਰਾਪਤ ਕਰਕੇ ਵੀ ਇਹੋ ਜਿਹੇ ਦੇਸ਼ਾਂ ਵਿੱਚੋਂ ਆਪੋ ਆਪਣੇ ਚੰਗੇ ਭਵਿੱਖ ਦੇ ਲਈ ਵੀ ਪਹੁੰਚਿਆ ਜਾ ਸਕਦਾ। ਉਹਦੇ ਵਿੱਚ ਪਰੇਸ਼ਾਨੀ ਵੀ ਘੱਟ ਹੁੰਦੀ ਆ, ਤੁਸੀਂ ਫਾਈਨੈਂਸ਼ੀਅਲੀ ਤੌਰ 'ਤੇ ਮਜ਼ਬੂਤ ਵੀ ਹੋ ਸਕਦੇ ਆ, ਔਰ ਤੁਹਾਨੂੰ ਕਿਸੇ ਕਿਸਮ ਦਾ ਜਿਹੜਾ ਮਾਨਸਿਕ ਜਿਸਮਾਨੀ ਤੌਰ ਦੇ ਉੱਤੇ ਵੀ ਘੱਟ ਜਿਹੜਾ ਨੁਕਸਾਨ ਝੱਲਣਾ ਪੈ ਸਕਦਾ। ਇੱਥੇ ਡਾਕਟਰ ਸਾਹਿਬ ਮੈਂ ਇੱਕ ਹੋਰ ਐਗਜ਼ਾਮਪਲ ਦੇਣੀ ਚਾਹੁੰਦਾ ਹਾਂ। ਇੱਕ ਕੁਝ ਸਮਾਂ ਪਹਿਲਾਂ ਇੱਥੇ ਇੱਕ ਮੁੰਡਾ ਸੀਗਾ ਪਰਮਜੀਤ ਸਿੰਘ। ਉਸ ਪਰਮਜੀਤ ਸਿੰਘ ਦਾ ਪਿੰਡ ਸੀਗਾ ਮਹਾਬਲੀਪੁਰ, ਸੁਲਤਾਨਪੁਰ ਲੋਧੀ ਦੇ ਕੋਲ ਪੈਂਦਾ ਮਹਾਬਲੀਪੁਰ ਪਿੰਡ। ਉਹ ਵਿਚਾਰੇ ਦਾ ਪਿੱਛੇ ਰੋਟੀ ਪਾਣੀ ਚੰਗਾ ਚੱਲਦਾ ਸੀਗਾ। ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਸ਼ੌਂਕ ਪੂਰਾ ਕਰਨ ਲਈ ਇੱਥੇ ਆ ਗਿਆ। 6 ਮਹੀਨੇ ਦੇ ਵਿੱਚ ਵੀ ਉਹਨੂੰ ਇੰਨੀਆਂ ਕੁ ਮੁਸੀਬਤਾਂ ਦਾ ਟਾਕਰਾ ਕਰਨਾ ਪਿਆ ਕਿ ਉਹਨੇ ਅਖੀਰ ਦੇ ਵਿੱਚ ਆਪਣੀ ਆਤਮ ਹੱਤਿਆ ਕਰ ਲਈ। ਜਦੋਂ ਉਹਨੇ ਆਪਣੀ ਆਤਮ ਹੱਤਿਆ ਕੀਤੀ ਤੇ ਮੈਨੂੰ ਪੰਜਾਬ ਤੋਂ ਕਿਸੇ ਯਾਰ ਦੋਸਤ ਪੱਤਰਕਾਰ ਦਾ ਫੋਨ ਆਇਆ ਕਿ ਤੁਹਾਡੇ ਏਰੀਆ ਦੇ ਵਿੱਚ ਇਹੋ ਜਿਹੀ ਘਟਨਾ ਹੋਈ ਆ ਤੇ ਤੁਸੀਂ ਉਹਦੀ ਕੋਈ ਡੈੱਡ ਬੋਡੀ ਵਾਪਸ ਭੇਜਣ ਦਾ ਪ੍ਰਬੰਧ ਕਰੋ। ਪਹਿਲੀ ਗੱਲ ਤਾਂ ਮੈਨੂੰ ਪਤਾ ਹੀ ਨਹੀਂ ਸੀ ਵੀ ਇਹੋ ਜਿਹੀ ਕੋਈ ਇੱਥੇ ਘਟਨਾ ਹੋਈ ਆ। ਭਾਵੇਂ ਗੁਆਂਢ ਵਿੱਚ ਵੀ ਹੋਈ ਹੋਵੇ, ਤੁਹਾਨੂੰ ਤਾਂ ਹੁਣ ਪਤਾ ਹੀ ਹੈ, ਨਹੀਂ ਪਤਾ ਲੱਗਦਾ ਵੀ ਕਿੱਥੇ ਹੋਈ ਆ ਕਿੱਥੇ ਨਹੀਂ ਹੋਈ। ਲੇਕਿਨ ਜਦੋਂ ਮੈਂ ਗੁਰਦੁਆਰਾ ਸਾਹਿਬ ਗਿਆ ਤਾਂ ਮੈਨੂੰ ਪਤਾ ਲੱਗਾ ਵੀ ਇਸ ਜਗ੍ਹਾ ਤੇ ਇਹ ਘਟਨਾ ਹੋਈ ਆ। ਮੈਂ ਇਹ ਸਾਰਾ ਕੁਝ ਸੰਪਰਕ ਕੀਤਾ, ਸਾਰਾ ਐਨਾਲਿਸਿਸ ਕੀਤਾ ਕਿੱਥੇ ਕੰਟੈਕਟ ਕਰਨਾ ਹੈਗਾ, ਕਿਸ ਤਰ੍ਹਾਂ ਇਹਦੀ ਬੋਡੀ ਜਿਹੜੀ ਆ ਉਹ ਵਾਪਸ ਭੇਜੀ ਜਾਵੇ। ਉਹ ਡੈਡ ਬੋਡੀ ਭੇਜਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ, ਇੱਥੇ ਵੀ ਤੁਹਾਡੇ ਕੰਟਰੀ 'ਚ ਵੀ ਹੋਊਗਾ। ਉਹਦੇ ਲਈ ਡਾਕੂਮੈਂਟਸ ਅੰਬੈਸੀ ਦੇ ਬਣਾਉਣੇ, ਫਿਰ ਉਹਦੇ ਲਈ ਬਹੁਤ ਵੱਡੀ ਮਾਇਆ ਦਾ ਪ੍ਰਬੰਧ ਕਰਨਾ, ਜਿਹਦਾ ਖਰਚਾ ਤਕਰੀਬਨ $10,500 ਦੇ ਕਰੀਬ ਉਸ ਵਕਤ ਆਇਆ ਸੀਗਾ। ਅਸੀਂ ਖੈਰ ਜੀ ਉਹ ਡੈਡ ਬੋਡੀ ਜਿਹੜੀ ਆ ਉੱਥੇ ਵਾਪਸ ਉਹਦੇ ਪਿੰਡ ਭੇਜ ਦਿੱਤੀ। ਹੁਣ ਦੇਖੋ ਸਾਡੇ ਲੋਕਾਂ ਦੀ ਮਾਨਸਿਕਤਾ ਕੀ ਆ। ਅਸੀਂ ਕਪੂਰਥਲੇ ਦੇ SSP ਨੂੰ ਚਿੱਠੀ ਲਿਖੀ ਵੀ ਚਲੋ ਮੁੰਡਾ ਚਲਾ ਗਿਆ, ਸਭ ਕੁਝ ਚਲਾ ਗਿਆ, ਉਹਦੀ ਵਿਚਾਰੀ ਦੀ ਵਿਧਵਾ ਪਿੱਛੇ ਹੋਊਗੀ। ਤੁਸੀਂ ਇੱਦਾਂ ਕਰੋ, ਉਸ ਏਜੰਟ ਦੇ ਕੋਲੋਂ ਉਹਨਾਂ ਦੇ ਜਿਹੜੇ ਪੈਸੇ ਦਿੱਤੇ ਆ ਉਹ ਵਾਪਸ ਮੜਵਾ ਦਿਓ, ਤਾਂ ਕਿ ਉਹ ਵਿਚਾਰੀ ਵਿਧਵਾ ਦਾ ਜਿਹੜਾ ਖਰਚਾ ਬਚਾ ਕੋਈ ਉਹਦਾ ਚੱਲ ਸਕੇ। ਹੁਣ ਤੁਸੀਂ ਹੈਰਾਨ ਹੋਵੋਗੇ ਜਿਹੜੀ ਗੱਲ ਮੈਂ ਕਹਿਣ ਜਾ ਰਿਹਾ। ਉਹ SSP ਵਿਚਾਰਾ ਭਲਾ ਮਾਨਸ, ਉਹ ਆਪ ਉਹਦੇ ਪਿੰਡ ਗਿਆ ਉਸ ਮੁੰਡੇ ਦੇ। ਉਹ ਜਾ ਕੇ ਪੁੱਛਣ ਲੱਗਾ ਜੀ ਦੱਸੋ ਤੁਸੀਂ ਤੁਹਾਡਾ ਏਜੰਟ ਕੌਣ ਸੀ। ਉਹ ਜਨਾਨੀ ਉਸ ਮੁੰਡੇ ਦੀ ਜਿਹੜਾ ਮਰਿਆ ਸੀ ਉਹ ਕਹਿਣ ਲੱਗੀ ਜੀ ਸਾਨੂੰ ਤਾਂ ਪਤਾ ਹੀ ਨਹੀਂ ਕੌਣ ਸੀ ਜਾਂ ਕੌਣ ਨਹੀਂ। ਹੁਣ ਦੱਸੋ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਪਰਿਵਾਰ ਦੇ ਵਿੱਚੋਂ ਇੱਕ ਬੰਦਾ 25-30 ਲੱਖ ਰੁਪਈਆ ਦੇ ਕੇ ਬਾਹਰ ਗਿਆ ਹੋਵੇ, ਉਸ ਪਰਿਵਾਰ ਦੇ ਘਰ ਵਾਲੀ ਸਵਾਣੀ ਨੂੰ ਪਤਾ ਹੀ ਨਾ ਹੋਵੇ ਸਾਡਾ ਏਜੰਟ ਕੌਣ ਹੈ। ਇਹ ਕਿੱਦਾਂ ਹੋ ਸਕਦਾ? ਮਤਲਬ ਕਹਿਣ ਦਾ ਅਸੀਂ ਆਪਣੇ ਸਵਾਰਥ ਲਈ ਵੀ ਕੁਝ ਵੀ ਦੱਸਣ ਲਈ ਤਿਆਰ ਨਹੀਂ। ਜੇਕਰ ਅਸੀਂ ਕੋਆਪਰੇਟ ਨਹੀਂ ਕਰਦੇ, ਸਰਕਾਰ ਨੂੰ ਵੀ ਕੋਆਪਰੇਟ ਕਰਨਾ ਚਾਹੀਦਾ। ਜੇਕਰ ਅਸੀਂ ਕੋਆਪਰੇਟ ਹੀ ਨਹੀਂ ਕਰਦੇ ਤਾਂ ਫਿਰ ਅਸੀਂ ਇਨਸਾਫ ਕਿੱਦਾਂ ਲੈ ਸਕਦੇ ਹਾਂ? ਲੈ ਹੀ ਨਹੀਂ ਸਕਦੇ। ਜੀ ਤਾਂ ਪੰਜਾਬ ਦੀ ਇਨਸਾਫ ਦੀ ਗੱਲ ਹੋ ਗਈ। ਮੈਂ ਪੁੱਛਣਾ ਇਹ ਚਾਹੁੰਦਾ ਸੀ ਕਿ ਅਮਰੀਕਾ ਦੇ ਵਿੱਚ ਹੁਣ ਅਸਾਈਲਮ ਨੂੰ ਲੈ ਕੇ ਕਾਨੂੰਨਾਂ 'ਚ ਕਿਹੜੀ ਤਬਦੀਲੀ ਹੋਈ ਹੈ ਜਿਹੜੀ ਇੰਨੀ ਵੱਡੀ ਪੱਧਰ ਤੇ ਡੈਪੂਟੇਸ਼ਨ ਹੋ ਰਹੀ ਹੈ ਉੱਥੋਂ? ਦੇਖੋ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਆ ਵੀ ਕੋਈ ਵੀ ਜਿਹੜਾ ਕਮਜ਼ੋਰ ਕੇਸ ਹੈ ਉਹ ਲਿਆ ਹੀ ਨਹੀਂ ਜਾ ਰਿਹਾ ਜੀ। ਪਹਿਲਾਂ ਇਹ ਸੀਗਾ ABCD ਜੋ ਵੀ ਹੈਗਾ ਕਮਜ਼ੋਰ ਹੈ ਨਹੀਂ ਕਮਜ਼ੋਰ ਹੈ, ਸਾਰੇ ਕੇਸ ਜਿਹੜੇ ਆ ਫਾਈਲ ਕੀਤੇ ਜਾ ਰਹੇ ਸੀਗੇ, ਉਹਨਾਂ ਦਾ ਗੱਲਬਾਤ ਸੁਣੀ ਜਾਂਦੀ ਸੀਗੀ। ਹੁਣ ਉਹ ਜਿਹੜੇ ਕਮਜ਼ੋਰ ਕੇਸ ਆ ਉਹ ਲੈ ਹੀ ਨਹੀਂ ਜਾ ਰਹੇ। ਫਿਰ ਜੱਜ ਨੂੰ ਅਥਾਰਟੀ ਦਿੱਤੀ ਜਾ ਰਹੀ ਆ ਵੀ ਜਿਹਨਾਂ ਕੇਸਾਂ ਨੂੰ ਉਹ ਕਮਜ਼ੋਰ ਸਮਝਦੇ ਆ ਉਹਨਾਂ ਨੂੰ ਉਹ ਆਪਣੇ ਪੱਧਰ ਦੇ ਉੱਤੇ ਰਿਜੈਕਟ ਕਰ ਦਿੰਦੇ। ਪਹਿਲਾਂ ਇਹ ਸੀਗਾ ਵੀ ਅਗਰ ਜੱਜ ਨੇ ਕੇਸ ਰਿਜੈਕਟ ਕੀਤਾ ਹੈਗਾ ਤਾਂ ਉਹਨੂੰ ਫਾਈਨਲ ਅਪੀਲ ਕਰਨ ਦਾ ਵੀ ਅਧਿਕਾਰ ਸੀਗਾ। ਇਹੋ ਜਿਹੀ ਜਿਹੜੇ ਸਖਤੀ ਆ ਇਹ ਇੱਕ ਬਹੁਤ ਇੱਕ ਮੀਨਿੰਗ ਰੱਖਦੀ ਆ। ਇਸ ਕਰਕੇ ਮੈਂ ਸਮਝਦਾ ਨਹੀਂ ਕਿ ਕੋਈ ਇੱਥੇ ਅਸਾਈਲਮ ਲੈਣ ਦੀ ਖਾਤਰ ਉਹ ਅਮਰੀਕਾ ਪਹੁੰਚੇ ਕੋਈ ਵੀ ਬੱਚਾ ਤੇ ਉਹਦੇ ਲਈ ਕੋਈ ਬਹੁਤ ਵੱਡੀ ਉਹਦੇ ਲਈ ਸਿਆਣਪ ਵਾਲੀ ਗੱਲ ਹੈ।
ਜੀ ਬੀਤੇ ਦਿਨੀ ਮੀਡੀਆ ਖਬਰਾਂ ਵੀ ਆਈਆਂ ਸੀ ਕਿ ਜਿਹੜੇ ਭਾਰਤੀ ਲੋਕ ਨੇ ਬਹੁਤ ਵੱਡੀ ਪੱਧਰ ਤੇ ਅਸਾਈਲਮ ਲਈ ਉੱਥੇ ਅਪਲਾਈ ਕਰਦੇ ਨੇ ਤੇ ਉਹਦੇ ਵਿੱਚ ਆਇਆ ਸੀ ਕਿ ਬਹੁਤ ਘੱਟ ਹੁਣ ਕਿ 100 ਚੋਂ ਕੋਈ ਹੀ ਸ਼ਾਇਦ 2-4 ਕੇਸ ਹੋਣਗੇ ਜਿਨ੍ਹਾਂ ਨੂੰ ਉੱਥੇ ਅਸਾਈਲਮ ਮਿਲਦੀ ਹੈ ਜਾਂ ਬੌਂਡ ਭਰ ਕੇ ਉਹਨੂੰ ਛੱਡਿਆ ਜਾਂਦਾ ਬਾਹਰ, ਨਹੀਂ ਤਾਂ ਉਹ ਜੇਲ੍ਹਾਂ 'ਚ ਰੱਖ ਕੇ ਉੱਥੋਂ ਹੀ ਡੈਪੋਟੇਸ਼ਨ ਦੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ। ਕੀ ਇਹ ਗੱਲ ਸੱਚ ਹੈ? ਦੇਖੋ, ਇੱਕ ਗੱਲ ਮੈਂ ਆਪਣੇ ਐਕਸਪੀਰੀਅੰਸ ਦੇ ਆਧਾਰ ਤੇ ਕਹਿਣਾ, ਮੈਂ ਕਾਫੀ ਜੇਲ੍ਹਾਂ ਵਿੱਚ ਆਪਣੇ ਮੁੰਡਿਆਂ ਨੂੰ ਜਾ ਕੇ ਮਿਲਿਆ ਜਿਨ੍ਹਾਂ ਦੇ ਕੁਝ ਇਸ਼ੂ ਸੀ, ਕੰਸਰਨ ਸੀ। ਉੱਥੇ ਮੈਂ ਜਾ ਕੇ ਇਸ ਨਤੀਜੇ ਉੱਤੇ ਪਹੁੰਚਾ ਹਾਂ ਵੀ ਕੁਝ ਦੇਸ਼ ਜਿਹੜੇ ਆ, ਜਿੱਦਾਂ ਟੈਕਸਸ ਹੈ, ਟੈਕਸਸ ਦੇ ਵਿੱਚ ਰਿਪਬਲਿਕ ਪਾਰਟੀ ਦੀ ਜਿਹੜੀ ਗੌਰਮੈਂਟ ਹੈ, ਜਿੱਦਾਂ ਟਰੰਪ ਦੀ ਸਰਕਾਰ ਦੀ ਜਿਹੜੀ ਪਾਰਟੀ ਆ ਉਹਦੀ ਸਰਕਾਰ ਹੈ ਜੀ, ਉੱਥੇ ਅਮੂਮਨ ਜਿਹੜੀਆਂ ਸਾਰੀਆਂ ਜੇਲ੍ਹਾਂ ਦੇ ਵਿੱਚ ਬਹੁਤ ਸਖਤਾਈ ਹੈ ਜਿੱਥੇ ਵੀ ਆਪਣੇ ਇਹੋ ਜਿਹੇ ਬੰਦੇ ਬੰਦ ਹੈ। ਉੱਥੇ ਇੱਕ ਜੇਲ੍ਹ ਹੈਗੀ ਆ ਇਲ ਪਾਸੋ, ਬਹੁਤ ਵੱਡੀ ਜੇਲ੍ਹ ਹੈ। ਉੱਥੇ ਆਪਣਾ 100 ਮੁੰਡਾ ਬੰਦ ਸੀ। ਉੱਥੇ ਜਦੋਂ ਉਹਨਾਂ ਨੇ ਮੈਨੂੰ ਸੱਦਿਆ ਵੀ ਅਸੀਂ ਬਹੁਤ ਤੰਗ ਆ ਤੇ ਮੈਂ ਇੱਥੋਂ ਆਪਣੀ ਫਲਾਈਟ ਲੈ ਕੇ ਉੱਥੇ ਪਹੁੰਚਾ ਤੇ ਉਹਨਾਂ ਕੋਲੋਂ ਮੈਂ ਆਫੀਸਰ ਜਿੰਨੇ ਵੀ ਸੀ ਉਹਨਾਂ ਕੋਲੋਂ ਮੈਂ ਮੀਟਿੰਗ ਲਈ ਪਰਮਿਸ਼ਨ ਲਈ ਤੇ ਪਰਮਿਸ਼ਨ ਲੈ ਕੇ ਉਹਨਾਂ ਨਾਲ ਮੀਟਿੰਗ ਕੀਤੀ। ਲੇਕਿਨ ਮੀਟਿੰਗ ਕਰਨ ਤੋਂ ਪਹਿਲਾਂ ਮੈਂ ਉਹਨਾਂ ਮੁੰਡਿਆਂ ਨਾਲ ਮੀਟਿੰਗ ਕੀਤੀ ਵੀ ਤੁਹਾਨੂੰ ਕਿਹੜੀਆਂ ਤੁਹਾਡੀਆਂ ਪ੍ਰੋਬਲਮਸ ਹੈਗੀਆਂ। ਅੱਛਾ, ਉਹ ਮੁੰਡਿਆਂ ਦੀ ਸੁਣ ਕੇ ਮੈਂ, ਉਹ ਆਫੀਸਰ ਸਾਰੇ ਬਾਹਰ ਖੜੇ ਰਹੇ ਮੇਰੀ ਗੱਲ ਸੁਣ ਲਈ ਵੀ ਮੈਂ ਕੀ ਆਣ ਕੇ ਕਹਿਣਾ। ਤੇ ਉਸ ਤੋਂ ਬਾਅਦ ਮੈਂ ਉਹਨਾਂ ਨਾਲ ਮੀਟਿੰਗ ਕੀਤੀ ਤੇ ਉਹਨਾਂ ਨੂੰ ਆਪਣੇ ਮੁੰਡਿਆਂ ਦੇ ਸਾਰੇ ਇਸ਼ੂ ਜਿਹੜੇ ਦੱਸੇ। ਚਲੋ ਉਹਨਾਂ ਵਿੱਚੋਂ ਕੁਝ ਮੰਨੇ ਗਏ, ਇੱਕ ਜਿਹੜਾ ਨਾ ਮੰਨੇ ਉਹਨਾਂ ਨੇ ਨਹੀਂ ਮੰਨਿਆ। ਤੁਸੀਂ ਹੈਰਾਨ ਹੋਵੋਗੇ, ਉੱਥੇ 100 ਮੁੰਡਾ ਸੀ, 100 ਮੁੰਡਿਆਂ ਨੇ ਕੁਝ ਸਮਾਂ ਪਹਿਲਾਂ ਉੱਥੇ ਭੁੱਖ ਹੜਤਾਲ ਕਰ ਦਿੱਤੀ ਸੀ ਜੀ। ਅੱਛਾ, ਭੁੱਖ ਹੜਤਾਲ ਜਿਨ੍ਹਾਂ ਬੰਦਿਆਂ ਨੇ ਕੀਤੀ ਸੀਗੀ ਉਹਨਾਂ ਵਿੱਚੋਂ 5-6 ਮੁੰਡੇ ਆਪਣੇ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਸੀਗੇ। ਉਹ ਹਸਪਤਾਲ ਜਾਣ ਵਾਲੇ ਮੁੰਡਿਆਂ ਦੇ ਵਿੱਚ ਇੱਕ ਮੁੰਡਾ ਸੀ ਬੂਟਾ ਸਿੰਘ। ਅੱਛਾ, ਉਹ ਬੂਟਾ ਸਿੰਘ ਨੇ ਕਿਤੇ ਆਪਣੀ ਜਿੰਦੀ ਮੀਂਡੀ ਮਾਰ ਲਈ ਉਹਨਾਂ ਦੇ ਪੁਲਿਸ ਅਥਾਰਟੀ ਦੇ ਨਾਲ ਜਾਂ ਆਈਸ ਵਾਲਿਆਂ ਦੇ ਨਾਲ, ਜਿਹੜੇ ਇਮੀਗ੍ਰੇਸ਼ਨ ਕਸਟਮ ਅਥਾਰਟੀਜ਼ ਹੈਗੀਆਂ ਉਹਨਾਂ ਦੇ ਨਾਲ ਆਪਣੀ ਜਿੰਦੀ ਮੀਂਡੀ ਮਾਰ ਲਈ ਵੀ ਮੈਨੂੰ ਤੁਸੀਂ ਮੇਰੀ ਭੈਣ ਦੇ ਕੋਲ ਜਿਹੜੀ ਜੇਲ੍ਹ ਹੈ ਉੱਥੇ ਭੇਜ ਦਿਓ, ਬਾਕੀਆਂ ਨਾਲ ਜਿੱਦਾਂ ਮਰਜ਼ੀ ਨਜਿੱਠ ਲਓ। ਅੱਛਾ, ਉਸ ਮੁੰਡੇ ਨੇ ਕੀ ਕੀਤਾ, ਵਾਪਸ ਆਣ ਕੇ ਸਾਰਿਆਂ ਮੁੰਡਿਆਂ ਨੂੰ ਕਹਿ ਦਿੱਤਾ ਵੀ ਦੇਖੋ ਵੀ ਆਪਣਾ ਸਾਰਾ ਫੈਸਲਾ ਹੋ ਗਿਆ, ਹੁਣ ਆਪਾਂ ਸਾਰਿਆਂ ਨੂੰ ਨਾ ਆਪੋ ਆਪਣੇ ਥਾਂ ਤੇ ਇਹਨਾਂ ਨੇ ਭੇਜ ਦੇਣਾ ਜਿੱਥੇ ਆਪਾਂ ਮੰਗ ਕਰਦੇ ਹਾਂ। ਚਲੋ ਜੀ, ਉਹ ਹੜਤਾਲ ਟੁੱਟ ਗਈ। ਉਸ ਬੂਟਾ ਸਿੰਘ ਨੂੰ ਉਹਨਾਂ ਨੇ ਦੇ ਕੋਲ ਇੱਕ ਜਗ੍ਹਾ ਆ, ਮੈਨੂੰ ਹੁਣ ਯਾਦ ਨਹੀਂ ਆਉਂਦਾ, ਉੱਥੇ ਭੇਜ ਦਿੱਤਾ ਜਿੱਥੇ ਉਹ ਮੰਗਦਾ ਸੀ। ਹੁਣ ਉਹਨਾਂ ਮੁੰਡਿਆਂ ਨੇ ਮੈਨੂੰ ਦੱਸਿਆ ਵੀ ਸਾਡੇ ਕੋਲ ਇਹਨਾਂ ਨੇ ਪ੍ਰੋਮਿਸ ਕੀਤਾ ਸੀ ਸਾਡੇ ਨਾਲ, ਉਹ ਪ੍ਰੋਮਿਸ ਇਹਨਾਂ ਦਾ ਪੂਰਾ ਕਰਵਾਓ। ਮੈਂ ਕਿਹਾ ਵੀ ਤੁਸੀਂ ਜੇ ਪ੍ਰੋਮਿਸ ਕੀਤਾ ਸੀ ਤਾਂ ਉਹਨੂੰ ਪੂਰਾ ਕਰੋ। ਉਹ ਜੀ ਮੁੱਕਰ ਗਏ। ਹੁਣ ਉੱਥੇ ਕਿਹੜਾ ਕੋਈ ਰਿਟਨ ਦੇ ਵਿੱਚ ਸੀਗਾ ਪ੍ਰੋਮਿਸ ਕੀਤਾ, ਜੇ ਮੁੱਕਰ ਗਿਆ ਤਾਂ ਮਰ ਗਿਆ, ਉਹਦਾ ਕੀ ਕਰ ਸਕਦੇ ਹਾਂ। ਤੇ ਲੇਕਿਨ ਬਾਕੀ ਜੋ ਉਹਨਾਂ ਦੇ ਇਸ਼ੂ ਸੀ ਉੱਥੇ ਮਰ ਗਿਆ। ਮੇਰੇ ਕਹਿਣ ਦਾ ਮਤਲਬ ਇਹ ਆ ਵੀ ਸਾਡੀ ਜਿਹੜੀ ਇੱਕ ਮਾਨਸਿਕਤਾ ਆ ਨਾ, ਅਸੀਂ ਬਾਹਰ ਜਾ ਕੇ ਵੀ ਦੂਜਿਆਂ ਆਪਣੇ ਫਾਇਦੇ ਲਈ ਦੂਜਿਆਂ ਦਾ ਨੁਕਸਾਨ ਕਰਨ ਤੋਂ ਵੀ ਬਾਜ਼ ਨਹੀਂ ਆਉਂਦੇ ਜੀ। ਅੱਛਾ, ਤੁਸੀਂ ਹਾਂਜੀ ਜੀ ਬਿਲਕੁਲ, ਉਹ ਤਾਂ ਹੈ ਕਿ ਜਿਹੜੀ ਭਾਈਚਾਰੇ ਦੀ ਪਰਪੱਕਤਾ ਹੈ ਉਹਦੀ ਘਾਟ ਤਾਂ ਮੇਰੇ ਖਿਆਲ ਨਾਲ ਸਾਡੇ 'ਚ ਕਈ ਮਾਮਲੇ ਸ਼ੁਰੂ ਤੋਂ ਆਉਂਦੇ ਆ, ਚਾਹੇ ਜਿਹੜੇ ਮਰਜ਼ੀ ਮੁਲਕ 'ਚ ਹੋਵੇ, ਆਉਂਦੇ ਰਹਿੰਦੇ ਸਾਹਮਣੇ। ਪਰ ਤੁਸੀਂ ਜੇਲ੍ਹ ਦੀ ਗੱਲ ਕੀਤੀ ਹੈ ਤੇ ਕੋਈ ਇਹੋ ਜਿਹੀ ਵੀ ਕੋਈ ਕੇਸ ਹੈਗੇ ਆ ਕਿ ਕਈ ਵਾਰ ਜਿਵੇਂ ਭੁੱਖ ਹੜਤਾਲਾਂ ਦੀਆਂ ਖਬਰਾਂ ਤਾਂ ਆਉਂਦੀਆਂ ਰਹਿੰਦੀਆਂ, ਕਈ ਹੋਰ ਜੇਲ੍ਹਾਂ 'ਚ ਭੁੱਖ ਹੜਤਾਲਾਂ ਹੋਈਆਂ ਵਾ, ਪਰ ਕਦੇ ਕੋਈ ਇਹੋ ਜਿਹੀ ਵੀ ਆਈ ਹੈ ਕਿ ਤਸ਼ੱਦਦ ਵੀ ਹੋਇਆ ਹੋਵੇ ਕਿਤੇ ਕਿਸੇ ਜੇਲ੍ਹ ਦੇ ਵਿੱਚ ਪੰਜਾਬੀ ਨੌਜਵਾਨਾਂ ਤੇ? ਨਹੀਂ, ਮੈਂਟਲ ਤਸ਼ੱਦਦ ਤਾਂ ਕਾਫੀ ਹੋਇਆ। ਜਿਸ ਤਰ੍ਹਾਂ ਮਤਲਬ ਬਾਹਰੋਂ ਗੁਟਕਾ ਸਾਹਿਬ ਕਈਆਂ ਨੇ ਮੰਗਾਇਆ, ਉਹਦੀ ਬੇਅਦਬੀ ਹੋਈ, ਜਾਂ ਕਈਆਂ ਨੇ ਆਪਣਾ ਕੀ ਕਹਿੰਦੇ ਹੁੰਦੇ ਆ ਸਿਰੋ ਪਾਓ ਮੰਗਵਾਏ, ਉਹਨਾਂ ਨੇ ਬਾਹਲੀ ਜ਼ਿਆਦਾ ਰਿਸਪੈਕਟ ਨਹੀਂ ਦਿੱਤੀ। ਇੱਦਾਂ ਦੀਆਂ ਗੱਲਾਂ ਤਾਂ ਬਹੁਤ ਹੋਈਆਂ। ਅੱਛਾ, ਇੱਕ ਤੁਹਾਨੂੰ ਮੈਂ ਦੱਸਦਾ ਵੀ ਇੱਕ ਸਾਲਟ ਲੇਕ ਸਿਟੀ ਆ, ਉੱਧਰ ਹੀ ਪੈਂਦਾ ਫਲੋਰੀਡਾ ਵੱਲ।
ਜੀ ਅੱਛਾ, ਉੱਥੇ ਵੀ ਮੈਂ ਉਹਨਾਂ ਨੂੰ ਮਿਲਿਆ, ਉੱਥੇ ਜੀ ਲਿਖਾ ਪੜ੍ਹੀ ਮੈਂ ਕਾਫੀ ਕੀਤੀ। ਉਹਨਾਂ ਨੇ ਫਿਰ ਇੱਕ ਟੀਮ ਬਿਠਾਈ ਉੱਥੇ ਵੀ ਇਹਨਾਂ ਦੀ ਇਨਕੁਆਇਰੀ ਕਰੋ। ਉਹਨਾਂ ਦੀ ਜੀ ਟੀਮ ਦਾ ਜਿਹੜਾ ਕੋਈ ਲੀਡਰ ਸੀਗਾ ਉਹਨੇ ਮੈਨੂੰ ਫੋਨ ਕੀਤਾ, ਮੈਨੂੰ ਕਹਿੰਦਾ ਜੀ ਤੁਸੀਂ ਸਹੀ ਸਹੀ ਦੱਸੋ ਵੀ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ ਜੇ ਸਾਡੇ ਦਿਮਾਗ 'ਚ ਗੱਲ ਪੈ ਜਾਵੇ ਵੀ ਅਸਲ ਕਹਾਣੀ ਕੀ ਆ। ਮੈਂ ਫਿਰ ਜੀ ਉਹਨਾਂ ਨੂੰ ਜਿੰਨਾ ਕੁ ਮੇਰੀ ਸਮਰੱਥਾ ਸੀ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਅਸਲ ਇਸ਼ੂ ਜਿਹੜਾ ਆ ਹੈਗਾ ਵੀ ਕਿੱਦਾਂ ਇਹਨਾਂ ਨੂੰ ਜੇਲ੍ਹ ਅਥਾਰਟੀਜ਼ ਤੰਗ ਕਰਦੀਆਂ ਹੈਗੀਆਂ। ਚਲੋ ਉਹਨੇ ਮੇਰੀ ਜੀ ਗੱਲ ਸੁਣੀ, ਗੱਲ ਆਪਣੀ ਬੰਦ ਕਰ ਲਈ। ਤੇ ਉੱਥੇ 60 ਆਪਣੇ ਮੁੰਡੇ ਸੀਗੇ। ਜੀ ਉਹ ਜੀ ਕੁਛ ਦਿਨਾਂ ਬਾਅਦ ਉਹਨਾਂ ਨੇ ਮੈਨੂੰ ਬਾਹਰ ਨਿਕਲ ਕੇ ਫੋਨ ਕੀਤਾ, ਥੈਂਕ ਯੂ ਵਗੈਰਾ ਕੀਤਾ। ਚਲੋ ਇਹ ਤਾਂ ਇੱਕ ਫਾਰਮੈਲਿਟੀ ਆ। ਉਦੋਂ ਬਾਅਦ ਉਹ ਜੇਲ੍ਹ ਤੋਂ ਗੁਰਦੁਆਰਾ ਸਾਹਿਬ ਕੁਛ ਦਿਨ ਰੁਕੇ। ਉੱਥੇ ਉਹਨਾਂ ਨੇ ਮੈਨੂੰ ਆਪਣੀ ਗਰੁੱਪ ਫੋਟੋ ਖਿਚਵਾ ਕੇ ਭੇਜੀ। ਤੇ ਚਲੋ ਇਦਾਂ ਦੇ ਵੀ ਕਈ ਕੇਸ ਹੋਏ ਆ ਜਿਹੜੇ ਬੱਚੇ ਕਈ ਵਾਰੀ ਇਦਾਂ ਛੁੱਟ ਵੀ ਗਏ ਆ। ਤੇ ਉਹਨਾਂ ਨੂੰ ਜਦੋਂ ਇਦਾਂ ਦਾ ਕੋਈ ਹੋਇਆ ਤਾਂ ਖੁਸ਼ੀ ਵੀ ਤਾਂ ਹੁੰਦੀ ਹੈ, ਚਲੋ ਬਈ ਬੱਚੇ ਬਾਹਰ ਆ ਗਿਆ, ਆਪੋ ਆਪਣੇ ਕਾਰੋਬਾਰ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਕੋਈ ਨਾ ਕੋਈ ਢਿੱਡ ਭਰਨਗੇ। ਲੇਕਿਨ ਜਦੋਂ ਇਦਾਂ ਦੇ ਬੱਚੇ ਜੇਲ੍ਹਾਂ ਵਿੱਚ ਹੀ ਰਹਿ ਕੇ ਤੇ ਜੇਲ੍ਹਾਂ ਵਿੱਚ ਹੀ ਉਹ ਵਾਪਸ ਚਲੇ ਜਾਂਦੇ ਆ। ਮੇਰਾ ਇੱਕ ਆਪਣਾ ਰਿਸ਼ਤੇਦਾਰ ਇੱਥੇ ਸਾਲ ਦੇ ਕਰੀਬ ਰਹਿ ਕੇ ਤੇ ਉੱਥੇ ਜੀ ਜੇਲ੍ਹ 'ਚ ਸਿੱਧਾ ਆਇਆ ਤੇ ਜੇਲ੍ਹ ਚੋਂ ਵਾਪਸ ਚਲਾ ਗਿਆ। ਹੁਣ ਦੱਸੋ ਉਹਦੇ ਜੀ ਜਿਹੜੇ ਪੈਸੇ ਲਾਏ ਉਹਨੇ ਉਹ ਉਦਾਂ ਹੀ ਲਾ ਕੇ ਮੁੜ ਗਿਆ। ਜੀ ਮੇਰੇ ਅਜੇ ਖਿਆਲ ਤਾਈਂ ਨਾਲ ਉਹਨੂੰ ਆਪਾਂ ਮੈਨੂੰ ਯਾਦ ਆ ਰਹੀ ਹੈ ਕਿ ਪੰਜਾਬ 'ਚ ਇੱਕ ਮੇਰੇ ਖਿਆਲ ਨਾਲ ਅਸੀਂ ਟੀਵੀ ਪੰਜਾਬ ਵੱਲੋਂ ਤੁਹਾਡੇ ਨਾਲ ਇੱਕ ਖਬਰ ਪਹਿਲਾਂ ਵੀ ਸਾਂਝੀ ਕੀਤੀ ਗਈ ਸੀ। ਹੁਣ ਮੈਨੂੰ ਯਾਦ ਆਈ ਗੱਲ ਕਿ ਚਲੋ ਆਪਾਂ ਆਮ ਪਿੰਡਾਂ ਦੇ ਲੋਕਾਂ ਦੀ ਗੱਲ ਤਾਂ ਕਰਦੇ ਵੀ ਧਾਰਨਾ ਜਾਗਰੂਕਤਾ ਦੀ ਘਾਟ ਹੁੰਦੀ ਹੈ। ਸ਼ਾਇਦ ਇੱਕ ਖਬਰ ਸੀ ਕਿ ਉੱਥੇ ਜਲੰਧਰ ਤੋਂ ਕਿਸੇ ਵੱਡੇ ਪੁਲਿਸ ਅਫਸਰ ਦਾ ਪੁੱਤਰ ਵੀ ਜਿਹੜਾ ਆਇਆ ਸੀ ਉੱਥੇ ਜੇਲ੍ਹ 'ਚ ਆ ਕੇ ਮੁੜ ਗਿਆ ਸੀ, ਔਰ ਮੇਰੇ ਖਿਆਲ ਨਾਲ 50 ਲੱਖ ਦੇ ਕਰੀਬ ਉਹਨਾਂ ਦਾ ਖਰਚਾ ਆ ਗਿਆ ਸੀ। ਤੁਸੀਂ ਵੀ ਇਹ ਮਾਮਲਾ ਚੱਕਿਆ ਸੀ ਉੱਥੇ ਪੰਜਾਬ 'ਚ। ਹਾਂਜੀ ਹਾਂਜੀ, ਇਦਾਂ ਦੇ ਬਹੁਤ ਇਸ਼ੂ ਜਿਹੜੇ ਆ ਟੇਕਅਪ ਕੀਤੇ ਆ ਜੀ। ਕਈ ਕਾਮਯਾਬ ਹੋ ਗਏ, ਜੀ ਕਈ ਨਹੀਂ ਹੋਏ। ਔਰ ਮੈਨੂੰ ਜੀ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਵੀ ਜਿਹੜੇ ਐਲ ਪਾਸੋ ਸੈਂਟਰ ਜਿਹੜਾ ਜੇਲ੍ਹ ਦੀ ਮੈਂ ਗੱਲ ਕਰਦਾ ਉਹਦੇ ਵਿੱਚ 101 ਮੁੰਡਾ ਜਿਹੜਾ ਸੀਗਾ ਉਹਨਾਂ ਵਿੱਚੋਂ ਇੱਕਾ ਦੁੱਕਾ ਨੂੰ ਛੱਡ ਕੇ ਮੈਨੂੰ ਨਹੀਂ ਲੱਗਦਾ ਕੋਈ ਉੱਥੇ ਰਿਹਾ ਹੋਇਆ ਹੋਊਗਾ। ਮੈਨੂੰ ਜਿੱਥੋਂ ਦੀ ਜੀ ਜਾਣਕਾਰੀ ਆ ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਡਿਪੋਰਟ ਹੀ ਹੋਏ ਸੀਗੇ ਉੱਥੋਂ। ਜੀ ਅੱਛਾ, ਇੱਕ ਅੱਛਾ, ਤੁਸੀਂ ਜੀ ਜੀ ਇੱਕ ਗੱਲ ਮੈਂ ਦੱਸਣੀ ਚਾਹੁੰਦਾ ਹੋਰ। ਉਹ ਜੀ ਗੱਲ ਤੁਹਾਡੀ ਵਿੱਚੇ ਰਹਿ ਗਈ, ਤੁਹਾਡੇ ਕੁਐਸਚਨ ਦਾ ਆਨਸਰ। ਕਈ ਸਟੇਟਾਂ ਦੇ ਵਿੱਚ ਜਿਹੜੀ ਉੱਥੇ ਡੈਮੋਕ੍ਰੇਟਿਕ ਪਾਰਟੀ ਦਾ ਰੂਲ ਹੈ। ਮਸਲਨ ਜੀ ਕੈਲੀਫੋਰਨੀਆ ਜੀ ਇੱਥੇ ਡੈਮੋਕ੍ਰੇਟਿਕ ਪਾਰਟੀ ਦਾ ਰੂਲ ਹੈ। ਉੱਥੇ ਟੈਕਸਸ ਦੇ ਵਿੱਚ ਰਿਪਬਲਿਕ ਪਾਰਟੀ ਦਾ ਰੂਲ ਹੈ। ਅੱਛਾ, ਜਿਹੜੇ ਜੀ ਡੈਮੋਕ੍ਰੇਟਸ ਹੈਗੇ ਆ ਉਹ ਇਲੀਗਲ ਜਿਹੜੇ ਇਮੀਗ੍ਰੈਂਟਸ ਹੈਗੇ ਆ ਉਹਨਾਂ ਦੇ ਜ਼ਿਆਦਾ ਸੌਫਟ ਕਾਰਨਰ ਉਹਨਾਂ ਲਈ ਰੱਖਦੇ ਆ, ਉਹਨਾਂ ਨਾਲ ਹਮਦਰਦੀ ਰੱਖਦੇ ਆ। ਔਰ ਇੱਥੇ ਜੀ ਜਿਹੜਾ ਕੈਲੀਫੋਰਨੀਆ ਇੱਥੇ ਵਿੱਚ ਉਹਨਾਂ ਨੇ ਕਈਆਂ ਦੇ ਡਰਾਈਵਿੰਗ ਲਾਇਸੈਂਸ ਵੀ ਬਣਾ ਕੇ ਦਿੱਤੇ ਹੈਗੇ ਆ। ਮੇਰੇ ਕਹਿਣ ਦਾ ਮਤਲਬ ਜੀ ਇੱਥੇ ਜਿਹੜੀਆਂ ਕੋਰਟਾਂ ਹੈਗੀਆਂ ਉਹ ਲੀਨੀਅੰਟ ਵੀ ਹੈਗੀਆਂ, ਨਰਮ ਵੀ ਰਵੱਈਆ ਰੱਖਦੀਆਂ ਹੈਗੀਆਂ। ਇਹ ਨਹੀਂ ਹੈਗਾ ਸਾਰੇ ਪਾਸੇ। ਔਰ ਇੱਕ ਗੱਲ ਮੈਂ ਹੋਰ ਕਹਾਂ ਕਿ ਜਿਹੜੇ ਇਮੀਗ੍ਰੇਸ਼ਨ ਲਾਅ ਆ ਨਾ ਉਹ ਸਟੇਟ ਟੂ ਸਟੇਟ ਵੀ ਡਿਫਰ ਕਰਦੇ ਆ। ਹੁਣ ਜੇ ਜੀ ਤੁਹਾਡਾ ਟੈਕਸਸ ਦੇ ਵਿੱਚ ਕੋਈ ਇਲੀਗਲ ਇਮੀਗ੍ਰੈਂਟ ਫੜਿਆ ਜਾਵੇ ਤੇ ਉਹ ਉੱਤੇ ਸਖਤੀ ਕਰਨੀ ਹੀ ਕਰਨੀ ਆ। ਇੱਥੇ ਫੜਿਆ ਜਾਵੇ ਅਗਲੇ ਫੰਡ ਵੀ ਨਹੀਂ ਦਿੰਦੇ। ਜੀ ਇੱਥੇ ਮਤਲਬ ਕਿ ਸੂਬਾ ਸਰਕਾਰਾਂ ਤੇ ਵੀ ਹਾਂਜੀ ਸੂਬੇ ਦੀਆਂ ਸਰਕਾਰਾਂ ਤੇ ਵੀ ਨਿਰਭਰ ਕਰਦਾ ਕਿ ਕਿਹੋ ਜਿਹੀ ਵਿਚਾਰਧਾਰਾ ਦੀ ਸਰਕਾਰ ਹੈ ਉੱਥੇ, ਚਾਹੇ ਟਰੰਪ ਦੀ ਵਿਚਾਰਧਾਰਾ ਦੀ ਆ ਜਾਂ ਜੀ। ਹੁਣ ਤੁਸੀਂ ਦੱਸੋ, ਇੱਕ ਮੈਂ ਤੁਹਾਨੂੰ ਹੋਰ ਇੱਕ ਤੁਹਾਡੇ ਨੋਟਿਸ ਦੇਣਾ ਚਾਹੁੰਦਾ। ਇੱਕ ਮੁੰਡਾ ਸੀਗਾ ਇੱਥੇ ਤਰਨਤਾਰਨ ਦੇ ਲਾਗੇ, ਪਿੰਡ ਪੈਂਦਾ ਆ ਬਚੜੇ ਪਿੰਡ ਆ। ਜੀ ਉਹ ਮੁੰਡਾ 21-22 ਸਾਲ ਦਾ ਆ, ਸਤਿੰਦਰਪਾਲ ਸਿੰਘ ਆ ਜਾਂ ਸੁਰਿੰਦਰਪਾਲ ਸਿੰਘ। ਉਹ ਵਿਚਾਰਾ ਬੱਸ ਵਿੱਚ ਬੈਠਾ ਸੀ। ਉਹਦੇ ਕੋਲ ਆਣ ਕੇ ਕੋਈ ਕੁੜੀ ਜਾਂ ਜਨਾਨੀ ਆਣ ਕੇ ਬਹਿ ਗਈ ਔਰ ਉਹਨੇ ਸ਼ਿਕਾਇਤ ਕਰ ਦਿੱਤੀ ਵੀ ਮੇਰੀ ਇਹਨੇ ਮੁੰਡੇ ਨੇ ਸੈਕਸ਼ੂਅਲ ਹਰਾਸਮੈਂਟ ਕੀਤੀ ਹੈ। ਅੱਛਾ, ਉਹਨੂੰ ਪੁਲਿਸ ਫੜ ਕੇ ਲੈ ਗਈ। ਉਹਨੂੰ ਰਾਤ ਦੇ 11 ਵਜੇ ਜੇਲ੍ਹ 'ਚ ਲੈ ਗਈ
ਔਰ ਜੀ ਤੜਕੇ 1:03 ਤੇ ਉਹਦੀ ਮੌਤ ਹੋ ਗਈ। ਜੀ ਅੱਛਾ, ਮੈਂ ਇਹ ਸਾਰਾ ਇਸ਼ੂ ਟੇਕਅਪ ਕੀਤਾ, ਇਨਫੋਰਮੇਸ਼ਨ ਲਈ। ਮੈਂ ਹੁਣ ਉਹਨਾਂ ਨੂੰ ਕਹਿ ਰਿਹਾ ਵੀ ਮੈਨੂੰ ਉਹ ਜਿਹੜੀ ਬੱਸ ਦੇ ਵਿੱਚ ਕੈਮਰੇ ਲੱਗੇ ਆ ਨਾ, ਉਹ ਮੈਨੂੰ ਮੁਹੱਈਆ ਕਰਾਓ, ਜੀ ਕਿਉਂਕਿ ਕੋਈ ਬੱਸ ਜਿਹੜੀ ਆ ਕੈਮਰਿਆਂ ਤੋਂ ਬਗੈਰ ਇੱਥੇ ਆਪਰੇਟ ਨਹੀਂ ਹੁੰਦੀ। ਇਹ ਸਾਨੂੰ ਸਾਰਿਆਂ ਨੂੰ ਪਤਾ। ਜੀ ਉਹ ਹੁਣ ਮੈਂ ਉਹਨਾਂ ਨੂੰ ਰਿਮਾਈਂਡਰ ਤੇ ਰਿਮਾਈਂਡਰ ਭੇਜ ਰਿਹਾ, ਉਹ ਹੁਣ ਜਵਾਬ ਨਹੀਂ ਦਿੰਦੇ। ਇਹਦੇ ਵਿੱਚ ਕੋਈ ਨਾ ਕੋਈ ਦਾਲ ਚ ਮੈਨੂੰ ਕਾਲਾ ਮਹਿਸੂਸ ਹੁੰਦਾ। ਉਹ ਪਿੱਛੇ ਜਦੋਂ ਮੈਂ ਹੁਣ ਵਾਪਸ ਪੰਜਾਬ ਗਿਆ, ਉਹਨਾਂ ਦੀ ਕੁੜੀ ਨੇ, ਉਹਦੀ ਮੁੰਡੇ ਦੀ ਭੈਣ ਨੇ ਮੈਨੂੰ ਕਈ ਵਾਰੀ ਫੋਨ ਕੀਤਾ ਵੀ ਅੰਕਲ ਜੀ ਨਹੀਂ ਉਹਨਾਂ ਜ਼ਿਆਦਤੀ ਹੋਈ ਆ। ਉਹ ਚਲੋ ਹੁਣ ਮੈਂ ਉਹਦਾ ਕੇਸ ਲੜ ਰਿਹਾ, ਲੇਕਿਨ ਉਹਦੇ ਵਿੱਚ ਜਿਹੜੀਆਂ ਆਪਣੀਆਂ ਵੱਡੀਆਂ ਸੰਸਥਾਵਾਂ ਆ, ਪੈਸੇ ਧੇਲੇ ਵਾਲੀਆਂ, ਅਸੀਂ ਤਾਂ ਆਪਣੇ ਬਲਬੂਤੇ ਨਾਲ ਜੋ ਕੁਛ ਅਸੀਂ ਕਰ ਸਕਦੇ ਹਾਂ ਆਪਣੀ ਜੇਬ ਚੋਂ ਓਨਾ ਹੀ ਕਰ ਸਕਦੇ ਹਾਂ ਨਾ। ਜਿਹੜੀਆਂ ਵੱਡੀਆਂ ਸੰਸਥਾਵਾਂ ਜਿਨ੍ਹਾਂ ਕੋਲ ਮਿਲੀਅਨ ਬਿਲੀਅਨ ਡਾਲਰ ਦੇ ਬਜਟ ਹੈ, ਉਹਨਾਂ ਲੋਕਾਂ ਨੂੰ ਇਸ ਕੰਮ ਲਈ ਕੋਈ ਨਾ ਕੋਈ ਅਟਾਰਨੀ ਹਾਇਰ ਕਰਕੇ ਤੇ ਇਹੋ ਜਿਹੇ ਕੇਸ ਲਾਣੇ ਚਾਹੀਦੇ ਆ। ਪਰ ਕੋਈ ਵੀ ਅੱਗੇ ਨਹੀਂ ਆਉਂਦਾ। ਅਗਲੇ ਕਹਿੰਦੇ ਖਸਮ ਨੂੰ ਖਾਓ, ਕੌਣ ਇਹੋ ਜਿਹੇ ਮਸਲੇ ਵਿੱਚ ਪਵੇ, ਬੈਠੇ ਰਹੋ ਆਰਾਮ ਨਾਲ। ਇਹ ਵੀ ਇੱਕ ਬਹੁਤ ਵੱਡੀ ਸਾਡੀ ਤਰਾਸਦੀ ਆ ਟੁੱਟਾ ਜੀ। ਅੱਛਾ, ਇੱਕ ਮੈਂ ਅਖੀਰ ਦੇ ਵਿੱਚ ਇੱਕ ਤੁਸੀਂ ਗੱਲ ਕੀਤੀ ਸੀ, ਉਸ ਤੇ ਮੈਂ ਥੋੜੀ ਦੁਬਾਰਾ ਚਰਚਾ ਕਰਨਾ ਚਾਹੁੰਦਾ। ਤੁਸੀਂ ਕਿਹਾ ਸੀ ਕਿ ਜੇਲ੍ਹਾਂ ਵਿੱਚ ਬਾਣੀ ਦੇ ਗੁਟਕਿਆਂ ਦੀ ਬੇਅਦਬੀ ਵੀ ਹੋਈ ਕਈ ਥਾਵਾਂ ਤੇ, ਉਹ ਕਿਸ ਤਰ੍ਹਾਂ ਦਾ ਹੋਈ? ਉਹ ਨੋਇੰਗਲੀ ਨਹੀਂ ਹੋਈ, ਜਿੱਥੋਂ ਦੀ ਮੈਂ ਅੰਡਰਸਟੈਂਡ ਕੀਤਾ ਹੈ। ਨੋਇੰਗਲੀ ਪਹਿਲੀ ਗੱਲ ਆ ਵੀ ਮੈਜੋਰਟੀ ਜਿਹੜੀ ਲੋਕਾਂ ਨੂੰ ਇਹ ਪਤਾ ਹੀ ਨਹੀਂ ਵੀ ਇੱਕ ਚੀਜ਼ ਕੀ ਆ। ਜਦੋਂ ਵੀ ਮੇਲ ਆਉਂਦੀ ਆ ਕਿਸੇ ਜੇਲ੍ਹ ਦੇ ਵਿੱਚ, ਉਹ ਇੱਕ ਜਗ੍ਹਾ ਤੇ ਇਕੱਠੀ ਹੁੰਦੀ ਆ। ਜੀ ਅੱਛਾ, ਉਹ ਜਦੋਂ ਖੋਲਦੇ ਆ, ਉੱਥੇ ਤੁਹਾਨੂੰ ਪਤਾ ਹੋਣਾ ਵੀ ਹਰ ਇੱਕ ਜਿਹੜਾ ਪੈਕਟ ਆ ਖੋਲ ਕੇ ਉਹਨੂੰ ਜਿਹੜਾ ਹੁੰਦਾ ਉਹਨੂੰ ਦਿੰਦੇ ਆ। ਜੀ ਅੱਛਾ, ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਦੇ ਵਿੱਚ ਗੁਟਕਾ ਸਾਹਿਬ ਆ, ਇਹਦੇ ਵਿੱਚ ਸੋਪਾਪ ਸਾਹਿਬ ਆ, ਅਸੀਂ ਕਿੰਨੇ ਇੱਜ਼ਤ ਦਾ ਨਾਂ ਲੈਂਦੇ। ਉਹਨਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ। ਲੇਕਿਨ ਜਦੋਂ ਅਸੀਂ ਦੱਸਿਆ ਸਾਰਾ ਕੁਛ ਵੀ ਇਹਦੀ ਇੰਪੋਰਟੈਂਸ ਇਹ ਆ, ਉਦੋਂ ਬਾਅਦ ਫਿਰ ਮੈਂ ਮੁੰਡਿਆਂ ਨਾਲ, ਕਿਉਂਕਿ ਮੁੰਡੇ ਮੈਨੂੰ ਫੋਨ ਕਰਦੇ, ਮੈਂ ਜਦੋਂ ਪਿਕ ਕਰਦਾ ਸੀ, ਉਹ ਮੁੰਡਿਆਂ ਨੇ ਬਾਅਦ 'ਚ ਦੱਸਿਆ ਵੀ ਹੁਣ ਇਹ ਬਹੁਤ ਜ਼ਿਆਦਾ ਰਿਸਪੈਕਟੇਬਲ ਤਰੀਕੇ ਦੇ ਨਾਲ ਜਿਹੜੇ ਸਾਡੇ ਗੁਟਕਾ ਸਾਹਿਬ ਨਾਲ, ਸਾਡੇ ਸਰੋਪਾ ਸਾਹਿਬ ਨਾਲ ਡੀਲ ਕਰਦੇ ਆ। ਉੱਥੋਂ ਫਿਰ ਮੈਂ ਅੰਦਾਜ਼ਾ ਲਾਇਆ ਵੀ ਇਹਨਾਂ ਲੋਕਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਇਹਨਾਂ ਚੀਜ਼ਾਂ ਦੀ ਸਾਡੇ ਸਿੱਖਾਂ ਲਈ ਕੀ ਇੰਪੋਰਟੈਂਸ ਹੈ। ਉੱਥੇ ਮੈਂ ਉਹਨਾਂ ਦੀ ਕੋਈ ਗਲਤੀ ਨਹੀਂ ਸਮਝਦਾ। ਜਦੋਂ ਬੰਦੇ ਦੀ ਅਗਿਆਨਤਾ ਹੋਵੇ ਫਿਰ ਉਹਨਾਂ ਨੂੰ ਆਪਾਂ ਕੀ ਦੋਸ਼ ਦੇ ਸਕਦੇ ਹਾਂ। ਜੀ ਜੀ ਬਹੁਤ ਬਹੁਤ ਧੰਨਵਾਦ ਚਾਹਲ ਸਾਹਿਬ, ਬਹੁਤ ਅਹਿਮ ਜਾਣਕਾਰੀ ਤੁਸੀਂ ਸਾਂਝੀ ਕੀਤੀ ਆ। ਵੀ ਹੋ ਸਕਦਾ ਕਿ ਇਹ ਦੇਖ ਕੇ ਬਹੁਤ ਸਾਰੇ ਲੋਕ ਅਵੇਅਰ ਹੋਣਗੇ ਤੇ ਦੁਬਾਰਾ ਇੰਨੀਆਂ ਵੱਡੀਆਂ ਰਕਮਾਂ ਤੇ ਆਪਣੀ ਜਾਨ ਜੋਖਮ ਚ ਪਾਉਣ ਤੋਂ ਪਹਿਲਾਂ ਜ਼ਰੂਰ ਸੋਚਣਗੇ। ਓਕੇ, ਥੈਂਕ ਯੂ ਜੀ। ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ, ਇੱਥੇ ਸਾਡੇ ਨਾਲ ਨਾ ਬਹੁਤ ਸਾਰੇ ਕੁੜੀਆਂ ਨੇ ਰਾਬਤਾ ਕਾਇਮ ਕੀਤਾ। ਅਸੀਂ ਆਪਣੀ ਸਮਰੱਥਾ ਅਨੁਸਾਰ ਉਹਨਾਂ ਦੀ ਹੈਲਪ ਕਰ ਰਹੇ ਹਾਂ। ਕੁੜੀਆਂ ਜਿਨ੍ਹਾਂ ਨੇ ਵੀ ਪੰਜਾਬ ਤੋਂ ਆਉਣਾ ਵਿਆਹ ਕਰਵਾ ਕੇ ਜਾਂ ਵਿਆਹ ਕਰਵਾਉਣ ਲਈ, ਉਹ ਬੜੀਆਂ ਸੋਚ ਸਮਝ ਕੇ ਆਉਣ। ਇੱਥੇ ਬਹੁਤ ਵੱਡੇ ਘਾਲੇ ਮਾਲੇ ਹੋ ਰਹੇ ਆ, ਕਿਉਂਕਿ ਬਹੁਤ ਕੁੜੀਆਂ ਦੇ ਨਾਲ ਮੈਂ ਉਹਨਾਂ ਦੀ ਸਪੋਰਟ 'ਤੇ, ਚਾਹੇ ਉਹ ਇੰਗਲੈਂਡ 'ਚ ਆ, ਚਾਹੇ ਉਹ ਅਮਰੀਕਾ 'ਚ ਆ। ਇੱਕ ਕੁੜੀ ਦਾ ਕੇਸ ਮੈਂ ਹੁਣ ਲੜ ਰਿਹਾ, ਉਹ ਇੰਗਲੈਂਡ ਦੇ ਵਿੱਚ ਆ। ਉਹਦਾ ਦੁੱਖ ਦਰਦ ਦੇਖ ਕੇ ਮੇਰੇ ਤੋਂ ਰਿਹਾ ਨਹੀਂ ਜਾਂਦਾ। ਮੇਰੀ ਅਪੀਲ ਹੈ ਮਾਪਿਆਂ ਨੂੰ ਵੀ, ਕੁੜੀਆਂ ਨੂੰ ਵੀ, ਜਿਹੜੀਆਂ ਪੰਜਾਬ ਬੈਠੀਆਂ ਆ, ਕਿ ਸੋਚ ਸਮਝ ਕੇ ਰਿਸ਼ਤਾ ਕਰਨ, ਸੋਚ ਸਮਝ ਕੇ ਇੱਥੇ ਆਉਣ। ਬਸ ਇਹੋ ਹੀ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ। ਜੀ ਜੀ, ਧੰਨਵਾਦ, ਬਹੁਤ ਬਹੁਤ ਧੰਨਵਾਦ ਚਾਹਲ ਸਾਹਿਬ। ਓਕੇ ਜੀ, ਥੈਂਕ ਯੂ ਜੀ। ਸੋ ਇਹ ਸਨ ਸਾਡੇ ਨਾਲ ਸਤਨਾਮ ਸਿੰਘ ਚਾਹਲ, ਜਿਨ੍ਹਾਂ ਨੇ ਵਿਸਥਾਰ ਨਾਲ ਦੱਸਿਆ। ਔਰ ਇੱਕ ਬਹੁਤ ਜਿਹੜੀ ਸਾਡੇ ਲਈ ਜਿਹੜੀ ਮਾੜੀ ਗੱਲ ਆ, ਜਾਂ ਕਹਿ ਲਓ ਕਿ ਤਰਾਸਦੀ ਹੈ ਸਾਡੀ, ਕਿ ਜਿਹੜੀ ਪੰਜਾਬੀ ਨੌਜਵਾਨੀ ਆ ਉਹ ਵਿਦੇਸ਼ਾਂ ਦੀਆਂ ਜੇਲ੍ਹਾਂ 'ਚ ਵੱਡੇ ਪੱਧਰ ਤੇ ਰੁਲ ਰਹੀ ਆ। ਜਿਸ ਹਿਸਾਬ ਨਾਲ ਅੰਕੜੇ ਸਾਹਮਣੇ ਆਏ ਨੇ, ਔਰ ਇਹ ਖੱਜਲ ਹੋ ਕੇ ਵਾਪਸ ਜਾਣ ਕੇ ਉਹਨਾਂ ਦੀ ਸਾਰੀ ਜਿਹੜੀ ਰਾਸ਼ੀ ਆ, ਚਾਹੇ ਕਰਜ਼ੇ ਚੱਕ ਕੇ ਉਹਨਾਂ ਨੇ ਪੈਸੇ ਲਏ ਹੋਣਗੇ ਏਜੰਟਾਂ ਨੂੰ ਦੇਣ ਲਈ, ਚਾਹੇ ਜ਼ਮੀਨ ਵਿੱਚ ਹੀ ਹੋਵੇਗੀ, ਉਹ ਵੀ ਜਿਹੜੇ ਆ ਬਿਲਕੁਲ ਮਿੱਟੀ ਦੇ ਭਾਅ ਜਾਣਗੇ। ਔਰ ਵਾਪਸ ਉਹਨਾਂ ਨੂੰ 2-3 ਸਾਲ ਦੀ, ਜਾਂ ਜਿੰਨਾ ਚਿਰ ਵੀ ਉਹਨਾਂ ਦਾ ਅਦਾਲਤ ਦਾ ਪ੍ਰੋਸੈਸ ਚੱਲਦਾ, ਉਸ ਤੋਂ ਬਾਅਦ ਅਦਾਲਤ ਦਾ ਪ੍ਰੋਸੈਸ ਭੁਗਤ ਕੇ, ਜੇਲ੍ਹ ਭੁਗਤ ਕੇ ਵਾਪਸ ਜਿਹੜਾ ਵਾ ਆਪਣੀ ਉਮਰ ਦੇ ਜਿਹੜੇ 2-3 ਸਾਲ ਖਰਾਬ ਵੀ ਕਰਨਗੇ, ਔਰ ਇਸ ਦੇ ਨਾਲ ਆਪਣੀ ਪੂੰਜੀ ਖਰਾਬ ਕਰਕੇ ਉਹ ਵਾਪਸ ਜਾਣਗੇ। ਸੋ ਬੇਨਤੀ ਇਹੀ ਹੈ ਕਿ ਜਦੋਂ ਵੀ ਕਿਸੇ ਨੇ ਬਾਹਰ ਆਉਣਾ, ਘੱਟੋ ਘੱਟ
ਗੈਰ ਕਾਨੂੰਨੀ ਤਰੀਕੇ ਨਾਲ ਆਉਣ ਦਾ ਪਰਹੇਜ਼ ਕੀਤਾ ਜਾਵੇ ਔਰ ਖਾਸ ਕਰਕੇ ਇਹੋ ਜਿਹੇ ਏਜੰਟਾਂ ਦੇ ਧੱਕੇ ਬਿਲਕੁਲ ਨਾ ਚੜ੍ਹਿਆ ਜਾਵੇ ਜੋ ਲੱਖਾਂ ਰੁਪਏ ਲੈ ਕੇ ਜਿਹੜੇ ਆ ਤੁਹਾਨੂੰ ਬਾਹਰ ਜਾਣ ਦੇ ਸੁਪਨੇ ਦਿਖਾਉਂਦੇ ਆ। ਸੋ ਟੀਵੀ ਪੰਜਾਬ ਵੱਲੋਂ ਇਹੋ ਜਿਹੀ ਜਾਗਰੂਕਤਾ ਫੈਲਾਉਣ ਲਈ ਹੋਰ ਵੀ ਕੁਝ ਇੰਟਰਵਿਊਜ਼ ਕੀਤੀਆਂ ਜਾਣਗੀਆਂ, ਤੁਹਾਡੇ ਅੱਗੇ ਪੇਸ਼ ਕੀਤੀਆਂ ਜਾਣਗੀਆਂ। ਸੋ ਤੁਸੀਂ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।